श्री गुरु रामदास गुण गावूं। गुरु अर्जन विघ्नन के नाशक, विघ्नन के नाशक। हर गोविंद शुभ मात प्रकाशक। गुरु हर राय नमो कार जोरी, नमो कार जोरी। गुरु हर कृष्ण मनावूं बहोरी। तेग बहादुर परम कृपाला, वाहे गुरु परम कृपाला। श्री गुरु गोबिंद सिंह बिसाला। तरों तरा पर पुन पुन सीसा, पुन पुन सीसा। बंदो जी बार बार जगदीशा। जा मैं अमृत ज्ञान है, मानक भगत बैराग। धन श्री गुरु ग्रंथ उदद, बंदों कर अनुराग। एक ओंकार सतगुरु, जेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। निस मह सीख रहन नह पावै, अन्न दरब जे तक चल आए। सबको देह आनंदत लेवै, देग बिख तृप्त तह खाए। वाहिगुरु जी का खालसा, वाहिगुरु जी की फतेह। परम शौर छतर तखत दे मालक, जागत जोत अखंड ज्योति स्वरूप, जुगो जुगो अटल कृपालु दयालु गरीब निवाज। साहिब सतगुरु पतित उदाहरण, सतगुर मेरा मोहि तिसका परवासा। बख्श लए सब सच्चै साहब, सो नानक की अरदासा। ऐसे दीन दयाल सतगुरु धन श्री गुरु ग्रंथ साहिब महाराज जी की पावन हजूरी अंदर बड़े ही प्रेम अदब सत्कार सहित गुरु चरना अंदर हाजरियां भर रही। सतगुरां दी साजी निवाजी अत परम सत्कार जो गुरु खालसा साध संगत जी। वाहिगुरु जी का खालसा, वाहिगुरु जी की फतेह। धनता दे जोग हाँ, जो कि बाला प्रीतम। ऐसी लाल तुझ बिन कौन करै, गरीब निवाज गुसैया मेरा माथै छतर धरै। साहिब सतगुरु श्री गुरु हरकृष्ण साहिब महाराज जी दे पावन पवित्र चरण छोह इतिहासिक स्थान गुरुद्वारा बंगला साहिब जी की यात्रा करदिआं धन सतगुरु श्री गुरु ग्रंथ साहिब महाराज जी की पावन हजूरी अंदर अपना मनुख जन्म दियां घड़ियां सफल कर रही
ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਜਿੱਥੇ ਬੜੇ ਪਿਆਰ ਦੇ ਨਾਲ ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿੱਥੇ ਆਪ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਮਈ, ਆਨੰਦਮਈ, ਪਾਵਨ ਪਵਿੱਤਰ ਦਰਸ਼ਨ ਕਰਨਾ ਕੀਤੇ ਹਨ, ਉੱਥੇ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ, ਆਰਤੀ ਸ਼ਬਦ ਕੀਰਤਨ ਦਾ ਆਨੰਦ ਲਾਹਾ ਮਾਨਣਾ ਕੀਤਾ ਹੈ। ਹੁਣ ਸਮਾਂ ਵਕਤ ਹੈ ਗੁਰੂ ਦਰਬਾਰ ਦੇ ਨਿਜਬ ਅਨੁਸਾਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦੀ। ਪਾਵਨ ਗੁਰ ਇਤਿਹਾਸ ਆਰੰਭ ਹੈ। ਦੀਨ ਦੁਨੀਆ ਦੇ ਮਾਲਕ ਭੱਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਸੰਗ ਹੈ। ਆਪ ਜੀ ਨੇ ਪਿਛਲੇ ਦੀਵਾਨਾਂ ਅੰਦਰ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਕੀਤਾ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾਤਾ ਜੀ ਜੋ ਮਹਾਨ ਸੇਵਾ ਟਹਿਲ ਅਤੇ ਹੁਕਮ ਰਜਾ ਦੀ ਸੇਵਾ ਟਹਿਲ ਕਮਾਈ ਕਰਨ ਤੋਂ ਉਪਰੰਤ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਹਨ। ਤੇ ਆਪ ਜੀ ਨੇ ਆਪਣਾ ਜਿਹੜਾ ਰਿਹਾਇਸ਼ੀ ਅਸਥਾਨ ਹੈ, ਵਸੇਬਾ ਹੈ, ਉਹ ਬਿਆਸਾ ਦਰਿਆ ਦੇ ਕਿਨਾਰੇ ਗੋਇੰਦਵਾਲ ਸਾਹਿਬ ਨਗਰ ਨੂੰ ਬਣਾਇਆ ਹੈ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ, ਇਲਾਕਿਆਂ ਤੋਂ ਗੁਰੂ ਗੁਰੂ ਕਰਦੀ ਹੋਈ ਗੁਰੂ ਨਾਨਕ ਨਾਮ ਲੇਵਾ ਸੰਗਤ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚਦੀ ਹੈ। ਸੰਗਤਾਂ ਹਜ਼ਾਰਾਂ ਦੀਆਂ ਗਿਣਤੀਆਂ ਦੇ ਵਿੱਚ ਆਉਂਦੀ ਵੀ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਾਇਗੀ ਲੈ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੀ ਹੈ। ਗੁਰੂ ਸਾਹਿਬ ਜੀ ਦੇ ਖਾਸ ਮੁੱਖ ਸੇਵਕ ਭਾਈ ਬੱਲੂ ਨੇ ਜਦੋਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਰਿਹਾਇਸ਼ ਦੇ ਵਾਸਤੇ ਮਕਾਨਾਂ ਦੀ ਘਾਟ ਹੈ, ਲੱਕੜਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਜੇ ਲੱਕੜਾਂ ਦੀ ਪ੍ਰਾਪਤੀ ਹੋ ਜਾਵੇ ਤੇ ਮਕਾਨ ਆਦਿਕ ਦਾ ਪ੍ਰਬੰਧ ਚੰਗੇ ਢੰਗ ਨਾਲ ਹੋ ਜਾਵੇਗਾ। ਗੁਰੂ ਸਾਹਿਬ ਜੀ ਨੇ ਆਪਣੇ ਤੋਂ ਛੋਟੇ ਭਰਾ ਖੇਮ ਰਾਏ, ਉਹਦੇ ਪੁੱਤਰ ਸਾਵਣ ਮੱਲ ਨੂੰ ਥਾਪੜਾ ਦੇ ਕਰਕੇ, ਬਖਸ਼ਿਸ਼ਾਂ ਕਰਕੇ ਕਾਂਗੜੇ ਦੇ ਇਲਾਕੇ ਹਰੀਪੁਰ ਦੇ ਰਾਜੇ ਦੇ ਪਾਸ ਭੇਜਿਆ ਹੈ। ਭਾਈ ਸਾਵਣ ਮੱਲ ਜੀ ਆਏ। ਅੱਗੇ ਆਉਣ 'ਤੇ ਪਤਾ ਲੱਗਾ ਹੈ ਵੀ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਤੇ ਉਹ ਵੀ ਚਲਾਣਾ ਕਰ ਗਿਆ ਹੈ। ਭਾਈ ਸਾਵਣ ਮੱਲ ਨੇ ਕਿਹਾ ਵੀ ਇਸ ਰਾਜੇ ਨੂੰ ਕਹੋ ਕਿ ਜੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਰਾਜੇ ਦਾ ਪੁੱਤਰ ਜਿੰਦਾ ਹੋ ਜਾਵੇ ਤੇ ਕੀ ਇਹ ਰਾਜਾ ਆਪਣੇ ਪਰਿਵਾਰ ਦੇ ਸਮੇਤ, ਆਪਣੀ ਪ੍ਰਜਾ ਦੇ ਸਮੇਤ ਗੁਰੂ ਦਾ ਸਿੱਖ ਬਣੇਗਾ? ਰਾਜੇ ਨੇ ਬੜੀ ਛੇਤੀ ਦੇ ਨਾਲ ਹੱਥ ਜੋੜ ਕੇ ਕਿਹਾ, ਜੀ ਮੈਂ ਤੇ ਮੇਰਾ ਸਾਰਾ ਪਰਿਵਾਰ ਸਿੱਖ ਬਣਨ ਵਾਸਤੇ ਤਿਆਰ ਹਾਂ, ਪਰ ਮੇਰਾ ਪੁੱਤਰ ਜਿੰਦਾ ਹੋ ਜਾਵੇ। ਭਾਈ ਸਾਵਣ ਮੱਲ ਨੇ ਅਰਦਾਸ ਕੀਤੀ, ਜਪਜੀ ਸਾਹਿਬ ਦਾ ਪਾਠ ਕੀਤਾ। ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਉਸ ਬਖਸ਼ਿਸ਼ ਦੇ ਦੁਆਰਾ ਰਾਜੇ ਦਾ ਪੁੱਤਰ ਜਿੰਦਾ ਹੋ ਗਿਆ। ਰਾਜਾ ਬੜਾ ਪ੍ਰਸੰਨਚਿਤ ਹੋਇਆ ਹੈ। ਹੁਣ ਆਪਣੇ ਪੁੱਤਰ ਨੂੰ ਜਿੰਦਾ ਹੋਇਆ ਦੇਖਣ ਤੋਂ ਬਾਅਦ ਰਾਜੇ ਨੇ ਇੱਕ ਦਿਨ ਹੱਥ ਜੋੜ ਕੇ ਬਾਬਾ ਸਾਵਣ ਮੱਲ ਨੂੰ ਬੇਨਤੀ ਕੀਤੀ ਵੀ ਬਾਬਾ ਜੀ, ਆਪ ਬੜੇ ਦੂਰ ਜਗ੍ਹਾ ਤੋਂ ਗੁਰੂ ਦਾ ਹੁਕਮ ਪਾ ਕੇ ਗੁਰੂ ਦੀ ਮਰਜ਼ੀ ਦੇ ਨਾਲ ਇੱਥੇ ਆਏ ਹੋ, ਤੁਹਾਡੇ ਆਉਣ ਦਾ ਕਾਰਨ ਕੀ ਹੈ, ਕਿਰਪਾ ਕਰਕੇ ਦੱਸੋ। ਬਾਬਾ ਸਾਵਣ ਮੱਲ ਨੇ ਦੱਸਿਆ ਵੀ ਲੱਕੜਾਂ ਦੀ ਲੋੜ ਹੈ, ਇਸ ਕਰਕੇ ਗੁਰੂ ਸਾਹਿਬ ਨੇ ਭੇਜਿਆ ਹੈ। ਰਾਜੇ ਨੇ ਉਸੇ ਵਕਤ ਵੱਡੀ ਗਿਣਤੀ ਦੇ ਵਿੱਚ ਬੇਲਦਾਰ ਲਗਵਾਏ। ਚੰਗੀਆਂ, ਮੋਟੀਆਂ ਤੇ ਭਾਰੀਆਂ ਨਿੱਗਰ ਲੱਕੜਾਂ ਕਟਵਾ ਕਰਕੇ ਉਹਨਾਂ ਦੀਆਂ ਬੇੜੇ ਬਣਵਾਏ ਹਨ ਤੇ ਬਿਆਸਾ ਦਰਿਆ ਦੇ ਵਿੱਚ ਠੱਲ ਦਿੱਤੇ। ਹੌਲੀ ਹੌਲੀ ਇਹ ਸਾਰੀਆਂ ਲੱਕੜਾਂ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਉੱਥੇ ਆ ਗਈਆਂ ਜਿੱਥੇ ਬਿਆਸਾ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਵਸਿਆ ਹੈ। ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ, ਮਹਾਰਾਜ ਸੇਵਕ ਨਾਲ ਲੈ ਕੇ ਆਏ, ਲੱਕੜਾਂ ਕਢਵਾਈਆਂ। ਜਿਸ ਵੀ ਬੰਦੇ ਨੂੰ ਜਿੰਨੀ ਵੀ ਲੱਕੜ ਦੀ ਲੋੜ ਸੀ ਉਨੀ ਲੱਕੜ ਦੇ ਦਿੱਤੀ ਗਈ ਹੈ। ਸੁੰਦਰ ਮਕਾਨ ਬਣ ਗਏ ਤੇ ਗੋਇੰਦਵਾਲ ਨਗਰ ਜਿਵੇਂ ਦਾ ਨਗਰ ਗੁਰੂ ਸਾਹਿਬ ਨੇ ਵਸਾਉਣਾ ਚਾਹਿਆ ਸੀ ਵੈਸਾ ਨਗਰ ਵਸ ਗਿਆ ਹੈ। ਇਹ ਸਾਰਾ ਗੁਰ ਇਤਿਹਾਸ ਆਪ ਜੀ ਨੇ ਪਿਛਲੇ ਦੀਵਾਨਾਂ ਵਿਖੇ ਸਰਵਣ ਕੀਤਾ। ਅੱਗੇ ਜੋ ਪਾਵਨ ਗੁਰ ਇਤਿਹਾਸ ਹੈ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ,
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਵਰਤਾਂਤ, ਉਹਨਾਂ ਦੇ ਕੌਤਕ, ਉਹਨਾਂ ਦੀ ਜਿਹੜੀ ਜੀਵਨ ਲੀਲਾ ਹੈ, ਆਓ ਪ੍ਰੇਮ ਦੇ ਨਾਲ ਗੁਰੂ ਚਰਨਾਂ ਦੇ ਅੰਦਰ ਬੈਠ ਕੇ ਸਰਵਣ ਕਰਨਾ ਕਰੀਏ। ਨਿਸ ਮਹਿ ਸੇਖ ਰਹਿਣ ਨਹਿ ਪਾਵੈ, ਅੰਨ ਦਰਬ ਜੇ ਤਕ ਚਲ ਆਏ। ਪ੍ਰੇਮ ਸਹਿਤ ਉਚਾਰਨ ਕਰਨਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਕਹਿਤ ਗੋਬਿੰਦ ਕਾ, ਸੋਚੀ ਭਈ ਰਸਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਮਸਕਾਰ ਗੁਰਦੇਵ ਕੋ ਸਤਨਾਮ, ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਜਦੋਂ ਬਾਬਾ ਸਾਵਣ ਮੱਲ ਨੇ ਰਾਜੇ ਨੂੰ ਕਹਿ ਕਰਕੇ ਵੱਡੀ ਗਿਣਤੀ ਦੇ ਵਿੱਚ ਲੱਕੜਾਂ ਜਿਹੜੀਆਂ ਹਨ ਗੋਇੰਦਵਾਲ ਸਾਹਿਬ ਪਹੁੰਚਵਾ ਦਿੱਤੀਆਂ, ਉਹਨਾਂ ਲੱਕੜਾਂ ਤੋਂ ਜਿਵੇਂ ਦਾ ਕਾਰਜ ਲੈਣਾ ਸੀ, ਭਾਵੇਂ ਉਹ ਲੰਗਰ ਘਰ ਦਾ ਬਰਾਂਡਾ ਹਾਲ ਬਣਾਉਣਾ ਹੈ, ਭਾਵੇਂ ਬਰਾਂਡੇ ਬਣਾਉਣੇ ਸੀ, ਰਿਹਾਇਸ਼ੀ ਮਕਾਨ ਬਣਾਉਣੇ ਸਨ, ਜਿਵੇਂ ਦਾ ਵੀ ਪਸਾਰਾ ਚਾਹੀਦਾ ਸੀ, ਉਹਨਾਂ ਲੱਕੜਾਂ ਦੇ ਨਾਲ ਉਹ ਸਾਰੇ ਮਕਾਨ, ਬਰਾਂਡੇ, ਤੰਬੂ ਆਦਿਕ ਜਿਹੜੇ ਹਨ ਉਹ ਗੋਇੰਦਵਾਲ ਦੇ ਆਲੇ ਦੁਆਲੇ ਲਗਵਾ ਦਿੱਤੇ ਗਏ। ਸੰਗਤਾਂ ਦਾ ਆਉਣਾ ਜਾਣਾ ਹੈ, ਸੰਗਤਾਂ ਆਉਂਦੀਆਂ ਹਨ, ਕੁਝ ਸੰਗਤਾਂ ਦਾ ਵਸੇਬਾ ਬਰਾਂਡਿਆਂ 'ਚ ਹੋ ਜਾਂਦਾ ਹੈ, ਖੁੱਲ੍ਹੇ ਹਾਲ, ਵੱਡੇ ਕਮਰੇ। ਉਹ ਸੰਗਤਾਂ ਜਿਹੜੀਆਂ ਹਨ ਉਹ ਲੱਗੇ ਹੋਏ ਜਿਹੜੇ ਆਰਜੀ ਤੰਬੂ ਹਨ ਉਹਨਾਂ ਦੇ ਅੰਦਰ ਆਪਣਾ ਵਸੇਬਾ ਰੱਖਦੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾਤਾ ਜੀ ਦੀ ਬੇਅੰਤ ਰਚਨਾ ਹੈ। ਸੰਗਤਾਂ ਆਉਂਦੀਆਂ ਹੈ, ਬਖਸ਼ਿਸ਼ਾਂ ਲੈ ਕੇ ਘਰਾਂ ਨੂੰ ਜਾਂਦੀਆਂ ਹਨ, ਅਤੇ ਮਹਾਰਾਜ ਨੇ ਐਲਾਨੀਆ ਰੂਪ ਦੇ ਵਿੱਚ ਇਹ ਬਚਨ ਸੇਵਾਦਾਰਾਂ ਨੂੰ, ਲਾਂਗਰੀ ਸਿੱਖਾਂ ਨੂੰ ਕਹੇ ਹੋਏ ਹਨ ਵੀ ਭਾਈ ਸੰਗਤ ਵੱਲੋਂ ਜਿੰਨਾ ਵੀ ਪਦਾਰਥ ਛਕਣ ਵਾਸਤੇ ਆਉਂਦਾ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਦੇ ਅੰਦਰ ਵਰਤਾਇਆ ਜਾਵੇ। ਪਰ ਸ਼ਾਮ ਹੋਣ ਤੋਂ ਬਾਅਦ ਜਿੰਨਾ ਵੀ ਲੰਗਰ ਆਦਿਕ ਹੈ, ਭਾਵੇਂ ਉਹ ਚਾਵਲ ਦੇ ਰੂਪ ਦੇ ਅੰਦਰ ਹੈ, ਭਾਵੇਂ ਉਹ ਪ੍ਰਸ਼ਾਦੇ ਹੈ, ਮਠਿਆਈ ਹੈ, ਪਕਵਾਨ ਹੈ, ਦਾਲਾਂ ਹਨ, ਸਬਜ਼ੀਆਂ ਹਨ, ਉਹ ਵਰਤਾ ਦੇਣੀਆਂ ਹੈ। ਅਤੇ ਜੇ ਫਿਰ ਵੀ ਬਚ ਜਾਣ ਤੇ ਗੋਇੰਦਵਾਲ ਨਗਰ ਦੇ ਜਿਹੜੇ ਪਸ਼ੂ ਹਨ ਉਹਨਾਂ ਦੇ ਅੱਗੇ ਪਾ ਦੇਣੀਆਂ ਹੈ। ਜੇ ਉੱਥੋਂ ਵੀ ਲੰਗਰ ਬਚ ਜਾਵੇ ਤੇ ਬੜਾ ਵੱਡਾ ਦਰਿਆ ਵਗਦਾ ਹੈ ਗੋਇੰਦਵਾਲ ਨਗਰ ਦੇ ਨਾਲ, ਬਿਆਸਾ ਦਰਿਆ। ਉਸ ਬਿਆਸਾ ਦਰਿਆ ਦੇ ਵਿੱਚ 42 ਲੱਖ ਜੀ ਜਲਮੈ ਹੋਤੇ, ਬਿਠਲ ਪਹਿਲਾ ਕਾਏ ਕਰੋ। 42 ਲੱਖ ਜੂਨ ਦਾ ਵਾਸਾ ਹੈ ਪਾਣੀ ਦੇ ਅੰਦਰ। ਤੇ ਗੁਰੂ ਸਾਹਿਬ ਜੀ ਕਹਿਣ ਲੱਗਿਆ ਵੀ ਬਿਆਸਾ ਦਰਿਆ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਮਗਰਮੱਛ ਤੇ ਮੱਛਾਂ ਤੇ ਜੀਵ ਜੰਤੂਆਂ ਦਾ ਵਾਸਾ ਹੈ। ਬਚਿਆ ਹੋਇਆ ਲੰਗਰ ਪਾਣੀ ਜਿਹੜਾ ਹੈ ਉਹ ਬਿਆਸਾ ਦਰਿਆ ਦੇ ਜੀਵ ਜੰਤੂਆਂ ਨੂੰ ਪਾ ਦਿੱਤਾ ਜਾਵੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੂ ਪਾਇਣ ਤਿੰਨਾ ਪੈ ਰੋਜੀ ਦੇ। ਸਭਨਾ ਸਾਰ ਕਰੇ ਸੁਖ ਦਾਤਾ, ਆਪੇ ਰਿਜਕ ਪਹੁੰਚਾਏ ਦਾ। ਇਹ ਪਰਮੇਸ਼ਰ ਵਾਹਿਗੁਰੂ ਦਾ ਬਿਰਧ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ। ਉਹ ਕਦੇ ਕਿਸੇ ਦੀ ਰੋਜੀ ਬੰਦ ਨਹੀਂ ਕਰਦਾ, ਹਰ ਇੱਕ ਦੀ ਰੋਜੀ ਪਰੋਸ ਕੇ ਉਹਦੇ ਸਾਹਮਣੇ ਰੱਖਦਾ ਹੈ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਦੇ ਨਾਲ ਬਚਿਆ ਹੋਇਆ ਲੰਗਰ ਪ੍ਰਸ਼ਾਦ ਪਕਵਾਨ ਬਿਆਸਾ ਦਰਿਆ ਦੇ ਜੀਵ ਜੰਤੂਆਂ ਨੂੰ ਪਵਾ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਬਰਤਨਾਂ ਦੇ ਅੰਦਰ ਪਾਣੀ ਰੱਖਣ ਦੀ ਵੀ ਮਨਾਹੀ ਹੈ। ਮਹਾਰਾਜ ਨੇ ਹੁਕਮ ਦਿੱਤਾ ਹੈ ਵੀ ਪਾਣੀ, ਜਲ ਵੀ ਪਾਣੀ ਬਰਤਨਾਂ ਤੋਂ ਬਾਹਰ ਕੱਢ ਕੇ, ਬਰਤਨ ਜਿਹੜੇ ਹਨ ਉਹ ਖਾਲੀ ਕਰਕੇ ਮੁੱਧੇ ਮਾਰ ਦੇਣੇ ਹਨ। ਅਗਲਾ ਦਿਨ ਚੜ੍ਹੇਗਾ, ਸਵੇਰ ਦਾ ਚੜ੍ਹਾਅ ਹੋਵੇਗਾ, ਵਾਹਿਗੁਰੂ ਪਰਮਾਤਮਾ ਖਾਲੀ ਬਰਤਨਾਂ ਨੂੰ ਭਰ ਵੀ ਦੇਵੇਗਾ। ਸੋ ਸਤਿਗੁਰੂ ਜੀ ਖੁਦਾ ਪ੍ਰਸਤੀ ਵਾਹਿਗੁਰੂ ਪਰਮਾਤਮਾ ਦੇ ਉੱਤੇ ਕਿੰਨਾ ਕੁ ਯਕੀਨ ਹੋਣਾ ਚਾਹੀਦਾ ਹੈ, ਭਰੋਸਾ ਹੋਣਾ ਚਾਹੀਦਾ ਹੈ, ਆਪਣੇ ਗੁਰਸਿੱਖਾਂ ਨੂੰ ਸਿਖਾ ਰਹੇ ਹਨ। ਸਭ ਕੋ ਦੇਹੈ ਆਨੰਦਤ ਲੇਵੈ, ਦੇਗ ਬਿਖੈ ਤ੍ਰਿਪਤੇ ਤਹਿ ਖਾਏ। ਸੋ ਗੁਰੂ ਸਾਹਿਬ ਜੀ ਦੇ ਹੁਕਮ ਦੇ ਨਾਲ ਜਿੰਨਾ ਵੀ ਅੰਨ ਆਉਂਦਾ ਹੈ, ਪਕਵਾਨ ਆਉਂਦਾ ਹੈ, ਪੈਸਾ ਟਕਾ ਆਉਂਦਾ ਹੈ, ਉਹ ਸ਼ਾਮਾਂ ਤੱਕ ਗੁਰੂ ਸਾਹਿਬ ਜੀ ਸਾਰਾ ਸੰਗਤਾਂ ਦੇ ਵਿੱਚ, ਲੋੜਵੰਦਾਂ ਦੇ ਵਿੱਚ ਵਰਤਾ ਦਿੰਦੇ ਹਨ।
ਅੰਨ ਪਕਵਾਨ ਪ੍ਰਸ਼ਾਦ ਪਾਣੀ ਵਰਤਾ ਕਰਕੇ ਗੁਰੂ ਸਾਹਿਬ ਜੀ ਸਭ ਨੂੰ ਖੁਸ਼ੀ ਦੇਣਾ ਕਰਦੇ ਹਨ। ਧਾਤ ਕਾਲਪੁਰ ਬਸਿਉਰ ਚਰਸਿਓ ਸ਼੍ਰੀ ਸਤਿਗੁਰ ਜਹ ਆਪ ਬਸਾਏ। ਗੋਇੰਦਵਾਲ ਗੋਬਿੰਦਪੁਰੀ ਸਮ ਜਲਿਆਣ ਤੀਰ ਵਿਪਾਸ ਬਣਾਇਓ। ਭੱਟ ਸਾਹਿਬਾਨਾਂ ਨੇ ਸਵਈਆਂ ਦੇ ਅੰਦਰ ਵੀ ਇਹ ਬਚਨ ਫਰਮਾਏ ਹਨ ਕਿ ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਬਿਆਸਾ ਦਰਿਆ ਦੇ ਕਿਨਾਰੇ ਵਸਾਇਆ ਹੋਇਆ ਗੋਇੰਦਵਾਲ ਸਾਹਿਬ ਐਵੇਂ ਲੱਗਦਾ ਹੈ ਜਿਵੇਂ ਮਾਨੋ ਆਪਣੇ ਗੋਬਿੰਦਪੁਰੀ ਸੱਚਖੰਡ ਹੀ ਵਸਾ ਦਿੱਤਾ ਹੋਵੇ। ਸੋ ਜਿਵੇਂ ਦਾ ਗੁਰੂ ਸਾਹਿਬ ਨੇ ਨਗਰ ਵਸਾਉਣਾ ਸੀ ਵੀ ਖੁੱਲੀਆਂ ਗਲੀਆਂ ਹੋਣ, ਸੜਕਾਂ ਹੋਣ, ਬਰਾਂਡੇ ਹੋਣ, ਚੌਂਕੇ ਹੋਣ, ਜਿਵੇਂ ਦਾ ਸ਼ਹਿਰ ਨਗਰ ਗੁਰੂ ਸਾਹਿਬ ਨੇ ਵਸਾਉਣ ਦਾ ਆਪਣੇ ਮਨ ਦੇ ਵਿੱਚ ਫੁਰਨਾ ਕੀਤਾ ਸੀ, ਵੈਸਾ ਨਗਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵਸਾ ਲੈਣਾ ਕੀਤਾ। ਜੋ ਧਰ ਆਏ ਕਾਮਨਾ ਮਨ ਮਹਿ ਦਰਸ਼ਨ ਪਰਸਤ ਸੋ ਨਰ ਪਾਏ। ਕਵੀ ਜੀ ਕਹਿੰਦੇ ਹਨ ਕਿ ਜਿਤੜੇ ਫਲਮਨ ਬਾਛੀ ਹੈ ਤਿਤੜੇ ਸਤਿਗੁਰ ਪਾਸ। ਜਿਵੇਂ ਦੀ ਭਾਵਨਾ ਆਸਾ ਮਨਸਾ ਰੱਖ ਕੇ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ। ਹੁਣ ਹਰ ਇੱਕ ਦੀ ਭਾਵਨਾ ਵੱਖਰੀ ਹੈ। ਸਭ ਕੋ ਆਸਾ ਤੇਰੀ ਬੈਠਾ। ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਰੋਗੀ ਕਾ ਪ੍ਰਭ ਖੰਡੋ ਰੋਗ। ਕੋਈ ਕਹਿੰਦਾ ਹੈ ਗੁਰੂ ਸਾਹਿਬ ਜੀ ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਦੋਂ ਮਾਨੀ ਮਹਾਮਾਨ ਹੋ, ਕਿ ਸਤਿਗੁਰੂ ਜੀ ਦੇ ਅਰੋਗਤਾ ਬਖਸ਼ੋ। ਕੋਈ ਘਰ ਦੀ ਸੁੱਖ ਸਮਰਿੱਧੀ ਮੰਗਦਾ ਹੈ। ਕੋਈ ਕਹਿੰਦਾ ਹੈ ਗੁਰੂ ਸਾਹਿਬ ਜੀ ਔਲਾਦ ਆਗਿਆ ਦੇ ਵਿੱਚ ਰਵੇ, ਔਲਾਦ ਆਗਿਆਕਾਰੀ ਹੋਵੇ, ਘਰ ਦੀ ਸੰਤੁਸ਼ਟੀ ਬਣੀ ਰਵੇ। ਕੋਈ ਅੰਮ੍ਰਿਤ ਵੇਲੇ ਦੀ ਜਾਚਨਾ ਕਰਦਾ ਹੈ, ਕੋਈ ਨਿਤਨੇਮ ਦੀ ਜਾਚਨਾ ਕਰਦਾ ਹੈ। ਕੋਈ ਕਹਿੰਦਾ ਹੈ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਛਾ। ਸੋ ਜਿਵੇਂ ਜਿਵੇਂ ਦੀ ਕਿਸੇ ਦੀ ਭਾਵਨਾ ਹੈ, ਕੋਈ ਬੰਦਗੀ ਦੀ ਮੰਗ ਕਰਦਾ ਹੈ, ਕੋਈ ਪੈਸਾ ਟਕਾ ਮੰਗਦਾ ਹੈ, ਕੋਈ ਦੇਹ ਅਰੋਗ ਦਾ ਮੰਗਦਾ ਹੈ। ਜਿਵੇਂ ਜਿਵੇਂ ਦੀ ਭਾਵਨਾ, ਜਿਵੇਂ ਜਿਵੇਂ ਦੀ ਆਸਾ ਮਨਸਾ ਰੱਖ ਕੇ ਸੰਗਤ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਆਉਂਦੀ ਹੈ, ਵੈਸੇ ਵੈਸੇ ਭਾਵਨਾ ਗੁਰੂ ਸਾਹਿਬ ਜੀ ਪੂਰਨ ਕਰ ਦੇਣਾ ਕਰਦੇ ਹਨ। ਉਤ ਸਾਵਣ ਕੀ ਕਥਾ ਕੁਸ਼ਕ ਹੈ ਸਰੋਤਾ ਸੁਣੋ ਸੁਜਸ ਗੁਰ ਕੇਰ। ਹੁਣ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ, ਕਹਿਣ ਲੱਗੇ ਸਰੋਤਾ ਜਣੋ, ਹੇ ਸਾਧ ਸੰਗਤ ਜੀ, ਗੁਰੂ ਖਾਲਸਾ ਜੀਓ, ਥੋੜਾ ਜਿਹਾ ਪਿੱਛੇ ਨੂੰ ਚੱਲੋ। ਕਹਿਣ ਲੱਗੇ ਬਾਬਾ ਸਾਵਣ ਮਲ ਦੀ ਹਜੇ ਕੁਛ ਖਤਾ ਰਹਿ ਗਈ ਹੈ, ਉਹਨਾਂ ਦਾ ਪ੍ਰਸੰਗ ਪੂਰਾ ਨਹੀਂ ਹੋਇਆ। ਪਹਿਲਾਂ ਧਿਆਨ ਦੇ ਨਾਲ ਬਾਬਾ ਸਾਵਣ ਮਲ ਦੀ ਜਿਹੜੀ ਕਥਾ ਪਿੱਛੇ ਰਹਿ ਚੁੱਕੀ ਹੈ ਉਸ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਰੋ। ਸਾਦਰ ਬਾਸ ਹਰੀਪੁਰ ਕੀ ਨਸ ਮਨਤਾ ਜਿਸ ਕੀ ਹੋਤ ਬਡੇਰ। ਕਵੀ ਜੀ ਕਹਿੰਦੇ ਹਨ ਕਿ ਸਾਧ ਸੰਗਤ ਜੀ ਬਾਅਦ ਦੇ ਵਿੱਚ ਤੁਹਾਨੂੰ ਗੁਰੂ ਦੀ ਸਿਫਤ, ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਵੀ ਸਰਵਣ ਕਰਵਾਵਾਂਗੇ। ਪਰ ਪਹਿਲਾਂ ਜਿਹੜਾ ਬਾਬਾ ਸਾਵਣ ਮਲ ਦਾ ਥੋੜਾ ਜਿਹਾ ਪ੍ਰਸੰਗ ਪਿੱਛੇ ਰਹਿ ਚੁੱਕਾ ਹੈ ਉਸ ਨੂੰ ਸੰਪੂਰਨ ਕਰ ਲਈਏ, ਕਿਉਂਕਿ ਇਹ ਪ੍ਰਸੰਗ ਬਾਬਾ ਸਾਵਣ ਮਲ ਜੀ ਦੇ ਚੱਲ ਰਹੇ ਹਨ। ਬਾਬਾ ਸਾਵਣ ਮਲ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਸਕਾ ਭਤੀਜਾ ਹੈ ਤੇ ਗੁਰੂ ਦਾ ਹੁਕਮ ਪਾ ਕਰਕੇ ਪਹਾੜੀ ਇਲਾਕੇ ਦੇ ਵਿੱਚ ਲੱਕੜਾਂ ਲੈਣ ਵਾਸਤੇ ਗਿਆ ਸੀ, ਕਿਉਂਕਿ ਲੱਕੜਾਂ ਤੋਂ ਬਗੈਰ ਤੇ ਲੱਕੜਾਂ ਦੀ ਘਾਟ ਹੋਣ ਕਰਕੇ ਗੋਇੰਦਵਾਲ ਨਗਰ ਹਜੇ ਚੰਗੀ ਤਰ੍ਹਾਂ ਵਸਿਆ ਨਹੀਂ ਸੀ। ਬਾਬਾ ਸਾਵਣ ਮਲ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ। ਸਾਵਣ ਮਲ ਗਿਆ ਪਹਾੜੀ ਇਲਾਕੇ ਦੇ ਵਿੱਚ, ਉੱਥੋਂ ਦੇ ਰਾਜੇ ਦਾ ਲੜਕਾ ਜਿੰਦਾ ਕੀਤਾ, ਰਾਜੇ ਦੇ ਕੋਲੋਂ ਸੇਵਾ ਲਈ। ਹੁਣ ਕਵੀ ਜੀ ਕਹਿ ਰਹੇ ਹਨ ਵੀ ਥੋੜੀ ਜਿਹੀ ਕਥਾ ਬਾਬਾ ਸਾਵਣ ਮਲ ਦੀ ਰਹਿ ਚੁੱਕੀ ਹੈ ਤੇ ਉਹ ਵੀ ਤੁਸੀਂ ਸਰਵਣ ਕਰੋ। ਕਵੀ ਜੀ ਦੱਸ ਰਹੇ ਹਨ ਵੀ ਬਾਬਾ ਸਾਵਣ ਮਲ ਜੀ ਰਾਜੇ ਨੂੰ ਬੇਨਤੀ ਕੀਤੀ, ਹੁਕਮ ਕੀਤਾ ਹੈ ਤੇ ਰਾਜੇ ਨੇ ਜਿਵੇਂ ਜਿਵੇਂ ਦੀ ਸੇਵਾ ਬਾਬਾ ਸਾਵਣ ਮਲ ਨੇ ਦੱਸੀ ਸੀ ਵੈਸੇ ਵੈਸੇ ਉਹ ਸਾਰੀ ਸੇਵਾ ਜਿਹੜੀ ਹੈ ਰਾਜੇ ਨੇ ਤਨ ਮਨ ਦੇ ਨਾਲ ਪੂਰੀ ਕੀਤੀ। ਬਾਬਾ ਸਾਵਣ ਮਲ ਦਾ ਜਿਹੜਾ ਰੁਤਬਾ ਹੈ ਇਸ ਇਲਾਕੇ ਦੇ ਵਿੱਚ ਇੱਕ ਮੁਰਸ਼ਿਦ ਦਾ ਹੈ, ਇੱਕ ਗੁਰਮੁਖ ਦਾਤੇ ਦਾ ਹੈ, ਇੱਕ ਪ੍ਰਚਾਰਕ ਦਾ ਹੈ। ਕਿਉਂਕਿ ਗੁਰੂ ਘਰ ਦੇ ਅੰਦਰ ਇਸ ਗੱਲ ਦੀ ਬਕਾਇਦਾ ਮਰਿਆਦਾ ਹੈ ਕਿ ਗੁਰੂ ਪਦ 10 ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਅਸੀਂ ਕਿਸੇ ਨਾਲ ਵੀ ਨਹੀਂ ਵਰਤਦੇ, ਭਾਵੇਂ ਕੋਈ ਕਿੰਨੀ ਮਹਾਨ ਅਵਸਥਾ ਦਾ ਮਾਲਕ ਕਿਉਂ ਨਾ ਹੋਵੇ।
ਸੰਤ ਕਹਿ ਲਵਾਂਗੇ, ਸਾਧੂ ਕਹਿ ਲਵਾਂਗੇ, ਗੁਰਮੁਖ ਪਿਆਰਾ ਕਹਿ ਲਵਾਂਗੇ, ਰੱਬੀ ਰੂਹ ਕਹਿ ਲਵਾਂਗੇ, ਪਰ ਗੁਰੂ ਸ਼ਬਦ 10 ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕਿਸੇ ਦੇ ਨਾਲ ਵੀ ਸਿੱਖ ਧਰਮ ਨਹੀਂ ਵਰਤਦਾ ਤੇ ਨਾ ਹੀ ਬਰਦਾਸ਼ਤ ਕਰਦਾ ਹੈ। ਕਿਉਂਕਿ ਸਾਡੇ ਧਰਮ ਦੇ ਅੰਦਰ ਗੁਰੂ ਸ਼ਬਦ ਦੀ ਖਾਸ ਮਹੱਤਤਾ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸੋ ਕਵੀ ਜੀ ਕਹਿ ਰਹੇ ਹਨ ਵੀ ਬਾਬਾ ਸਾਵਣ ਮੱਲ ਦਾ ਸਤਿਕਾਰ ਬੜਾ ਹੈ। ਰਾਜਾ ਸੰਤ ਮਹਾਂਪੁਰਸ਼ ਮੁਰਸ਼ਿਦਾਂ ਦੇ ਵਾਂਗ ਬਾਬਾ ਸਾਵਣ ਮੱਲ ਦੀ ਸੇਵਾ ਟਹਿਲ ਕਰਦਾ ਹੈ। ਦਿਨ ਰਾਤ ਰਾਜਾ ਤੇ ਰਾਣੀ ਹੱਥ ਜੋੜ ਕਰਕੇ ਬਾਬਾ ਸਾਵਣ ਮੱਲ ਦੀ ਸੇਵਾ ਦੇ ਵਿੱਚ ਤਿਆਰ ਬਰ ਤਿਆਰ ਰਹਿਣਾ ਕਰਦੇ ਹਨ। ਜਬ ਰਾਜਾ ਤੇ ਚਰਨ ਪਖਾਰੇ, ਅਪਰਣ ਕੀ ਗਿਣਤੀ ਕਿਆ ਹੇਰ। ਕਵੀ ਜੀ ਕਹਿੰਦੇ ਹੈ ਜਦੋਂ ਰਾਜਾ ਤੇ ਰਾਣੀ ਆਪ ਆਣ ਕੇ ਬਾਬਾ ਸਾਵਣ ਮੱਲ ਦੇ ਪੈਰ ਧੋਂਦੇ ਹਨ, ਚਰਨਾਂ ਨੂੰ ਧੋਂਦੇ ਹਨ, ਮੁੱਠੀ ਚਾਪੀ ਕਰਦੇ ਹਨ, ਸੇਵਾ ਟਹਿਲ ਕਰਦੇ ਹਨ, ਤੇ ਕਹਿਣ ਲੱਗੇ ਫਿਰ ਬਾਕੀ ਬੰਦਿਆਂ ਦੀ ਗੱਲਾਂ ਤੇ ਦੂਰ ਦੀ ਰਹਿ ਗਈ। ਜਦੋਂ ਰਾਜਾ ਹੀ ਮੱਥਾ ਟੇਕ ਰਿਹਾ ਹੈ, ਜਦੋਂ ਰਾਜਾ ਹੀ ਸੇਵਾ ਟਹਿਲ ਕਰ ਰਿਹਾ ਹੈ, ਤੇ ਕਹਿਣ ਲੱਗੇ ਫਿਰ ਪ੍ਰਜਾ ਸੇਵਾ ਕਿਉਂ ਨਹੀਂ ਕਰੇਗੀ, ਮੰਤਰੀ ਸੇਵਾ ਟਹਿਲ ਕਰਨੀ ਕਿਉਂ ਨਹੀਂ ਕਰਨਗੇ। ਬੰਧਨ ਕਰੈ ਬਰਿੰਦ ਨਰ ਮੇਲ ਮੇਲ, ਘਰ ਜੋ ਰਹਿ ਕਰ ਪਾਉ ਕਨੇਰ। ਸੋ ਰਾਜੇ ਦੇ ਸਮੇਤ ਮੰਤਰੀ, ਦਰਬਾਰੀ, ਸੈਨਾਪਤੀ, ਰਾਜੇ ਦੀ ਪ੍ਰਜਾ ਸਾਰੇ ਆਣ ਕੇ ਭੇਟਾਂ ਰੱਖ ਰੱਖ ਕੇ ਬੜੀ ਨਿਮਰਤਾ ਦੇ ਨਾਲ ਬਾਬਾ ਸਾਵਣ ਮੱਲ ਨੂੰ ਨਮਸਕਾਰ ਮੱਥਾ ਟੇਕਣਾ ਕਰਦੇ ਹਨ। ਧਰੈ ਕਾਮਣਾ ਜਾਚੈ ਆਣ ਜੋ, ਤੇ ਸੁਰਮਾਲ ਤੇ ਪੂਰਕ ਰੰਤ। ਸੋ ਰਾਜੇ ਦੇ ਸਮੇਤ ਜਿੰਨੀ ਪ੍ਰਜਾ ਹੈ ਬਾਬਾ ਸਾਵਣ ਮੱਲ ਨੂੰ ਆਣ ਕੇ ਮੱਥਾ ਟੇਕਦੀ ਹੈ। ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹੈ, ਮਹਾਂਪੁਰਸ਼ੋ ਸਾਡੀ ਇਹ ਆਸਾ ਮਨਸਾ ਪੂਰੀ ਹੋ ਜਾਵੇ। ਕਿਉਂਕਿ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਪੇਟ ਤੋਂ ਹੋਤ ਨਿਹਾਲ। ਸਾਧੂ ਸੰਤ ਦੇ ਨਾਲ ਮਿਲ ਕਰਕੇ ਕੋਈ ਬਹੁਤੀ ਮਸ਼ੱਕਤ ਘਾਲਣ ਦੀ ਲੋੜ ਨਹੀਂ। ਸਾਧੂ ਸੰਤਾਂ ਦੇ ਦਰਸ਼ਨਾਂ ਦੇ ਨਾਲ ਹੀ, ਉਹਨਾਂ ਦੀ ਰਹਿਮਤ ਦੇ ਨਾਲ ਹੀ ਜੀਵ ਦੇ ਬੇੜੇ ਪਾਰ ਹੋ ਜਾਂਦੇ ਹਨ। ਸੋ ਆਣ ਕੇ ਪ੍ਰਜਾ ਕਹਿੰਦੀ ਹੈ ਵੀ ਬਾਬਾ ਸਾਵਣ ਮੱਲ ਜੀ ਸਾਡੀ ਇਹ ਵੀ ਮਨਸਾ ਹੈ, ਇਹ ਵੀ ਅਰਦਾਸ ਪੂਰੀ ਹੋ ਜਾਵੇ, ਇਹ ਵੀ ਮਨੋਕਾਮਨਾ ਪੂਰੀ ਹੋ ਜਾਵੇ। ਸੋ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਇਕੱਠੀਆਂ ਜਦੋਂ ਹੋ ਜਾਂਦੀਆਂ ਹਨ ਤੇ ਬਾਬਾ ਸਾਵਣ ਮੱਲ ਜੀ ਹੱਥ ਜੋੜ ਕੇ ਉੱਚੀ ਚੌਂਕੇ ਦੇ ਉੱਤੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਰੁਮਾਲ ਬਖਸ਼ਿਆ ਹੈ ਰੱਖ ਦਿੰਦੇ ਹਨ। ਉਹਦੇ ਅੱਗੇ ਅਰਦਾਸ ਕਰਦੇ ਹੈ ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ। ਜਿਵੇਂ ਜਿਵੇਂ ਕਿਸੇ ਦੀ ਆਸਾ ਮਨਸਾ ਹੈ ਵੈਸੇ ਵੈਸੇ ਬਾਬਾ ਸਾਵਣ ਮੱਲ ਜੀ ਪੂਰਨ ਕਰਨਾ ਕਰਦੇ ਹਨ। ਸੁਤ ਬਿਤ ਕੀ ਕੈ ਤਨ ਅਰੋਗ ਕੀ, ਇਦਿਆਤਕ ਪ੍ਰਾਪਤ ਹਰ ਖੰਤ। ਸੁਤ ਬਿਤ ਕੀ, ਸੁਤ ਮਤਲਬ ਧੀ ਪੁੱਤਰ, ਬਿਤ ਨਾਮ ਹੈ ਜਿਹਦੇ ਵਿੱਚ ਦੁੱਧ ਆ ਗਿਆ ਤੇ ਸਾਰਾ ਪਦਾਰਥ ਆ ਗਿਆ। ਕੋਈ ਧੀ ਪੁੱਤਰ ਦੀ ਆਣ ਕੇ ਦਾਤਾਂ ਮੰਗ ਰਿਹਾ ਹੈ, ਕੋਈ ਘਰ ਦਾ ਸੁੱਖ ਆਨੰਦ ਮੰਗ ਰਿਹਾ ਹੈ, ਕੋਈ ਕਾਰੋਬਾਰਾਂ ਦੇ ਵਿੱਚ ਵਾਧੇ ਮੰਗ ਰਿਹਾ ਹੈ, ਕਿਸੇ ਨੇ ਕਿਹਾ ਹੈ ਸਾਨੂੰ ਦੇਹ ਅਰੋਗਤਾ ਦੀ ਪ੍ਰਾਪਤੀ ਹੋ ਜਾਵੇ। ਸੋ ਬਾਬਾ ਸਾਵਣ ਮੱਲ ਜੀ ਦੇ ਅੱਗੇ ਜਿਵੇਂ ਜਿਵੇਂ ਦੀ ਪ੍ਰਾਰਥਨਾ ਤੇ ਅਰਦਾਸ ਕਰਨਾ ਕੀਤੀ ਹੈ ਪ੍ਰਜਾ ਨੇ, ਬਾਬਾ ਸਾਵਣ ਮੱਲ ਨੇ ਵੈਸਿਆਂ ਹੀ ਮਨੋਕਾਮਨਾ ਪੂਰਨ ਕਰ ਦੇਣਾ ਕੀਤੀਆਂ। ਪਾਇਣ ਪਾਸ ਉਪਾਇਣ ਅਰਪਤ, ਸਰਬ ਦੇਸ਼ ਨਰ ਜਸ ਉਚਰੰਤ। ਬੜੇ ਹੀ ਨਿਮਰਤਾ ਦੇ ਨਾਲ ਸਾਵਣ ਮੱਲ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਅਕੋਰ ਭੇਟਾਵਾਂ ਨਜ਼ਰਾਨੇ ਰੱਖੇ ਜਾਂਦੇ ਹਨ। ਸਾਰਾ ਇਲਾਕਾ ਦੇਸ਼ ਬਾਬਾ ਸਾਵਣ ਮੱਲ ਦੀ ਆਗਿਆ ਦੇ ਵਿੱਚ ਚੱਲਣਾ ਕਰਦਾ ਹੈ। ਸਿੱਖੀ ਬਿਥਰੀ ਸਾਵਣ ਮੱਲ ਕੀ, ਅਜਮਤ ਘੇਰਤ ਉਰ ਬਿਸਮੰਤ। ਕਵੀ ਜੀ ਕਹਿੰਦੇ ਹਨ ਕਿ ਸਾਰੇ ਪ੍ਰਜਾ ਬਾਬਾ ਸਾਵਣ ਮੱਲ ਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਵੇਖ ਕੇ ਬੜੀ ਹੈਰਾਨ ਹੈ। ਸਾਰੇ ਪਾਸੇ ਬਾਬਾ ਸਾਵਣ ਮੱਲ ਦੀ ਜੈ ਜੈਕਾਰ ਹੋਣਾ ਕੀਤੀ ਹੈ। ਰਾਜਾ ਰਾਣੀ ਤਰਾਸ ਕਰਤ ਬਹੁ, ਸੇਵੈ ਨਿਤ ਹੋਏ ਕਰ ਅਨਸਾਰ। ਰਾਜਾ ਤੇ ਰਾਣੀ ਨੇ ਆਪਣੀਆਂ ਅੱਖਾਂ ਦੇ ਨਾਲ ਬਾਬਾ ਸਾਵਣ ਮੱਲ ਦੀ ਅਜ਼ਮਤ ਤੇ ਉਹਨਾਂ ਦਾ ਪ੍ਰਤਾਪ ਮਹਿਮਾ ਵੇਖ ਲਈ ਹੈ। ਇਸ ਕਰਕੇ ਰਾਜਾ ਰਾਣੀ ਤੇ ਮੰਤਰੀ ਬੜੇ ਡਰ ਭੈ ਦੇ ਵਿੱਚ ਦਿਨ ਰਾਤ ਬਾਬਾ ਸਾਵਣ ਮੱਲ ਦੀ ਸੇਵਾ ਟਹਿਲ ਕਮਾਉਣਾ ਕਰਦੇ ਹਨ। ਬਹੁਤ ਬੋਲ ਕੇ ਬਸਤਰ ਮੰਗਾਵੈ, ਘਰ ਵਾਵੈ ਪੋਸ਼ਿਸ਼ ਸਭ ਚਾਰ। ਸੋ ਦੂਰ ਦੂਰ ਦੇ ਇਲਾਕਿਆਂ ਤੋਂ ਬਹੁਤ ਭੇਟਾਂ ਮਾਇਆ ਦੇ ਕੇ ਸੁੰਦਰ ਬਸਤਰ ਮੰਗਵਾਏ ਗਏ ਹਨ।
ਤੇ ਉਹ ਸਾਰੇ ਸੁੰਦਰ ਬਸਤਰ ਮੰਗਵਾ ਕੇ ਬਾਬਾ ਸਾਵਣ ਮਲ ਦੀ ਭੇਟ ਕਰਨਾ ਕੀਤੇ। ਭੋਜਨ ਮਹਿ ਅਮੇਜ ਕਰ ਮੇਵੈ ਸ਼ੁਭ ਸੁਵਾਦਨ ਕੋ ਦੇਤ ਆਹਾਰ। ਰਾਜਾ ਤੇ ਰਾਣੀ ਆਪਣੇ ਹੱਥਾਂ ਦੇ ਨਾਲ ਚੰਗੇ ਸੋਗੀ ਮੇਵੇ ਸਬਜ਼ੀਆਂ ਦਾਲਾਂ ਦੇ ਅੰਦਰ ਪਾ ਕਰਕੇ ਬੜਾ ਸੁੰਦਰ ਮਸਾਲੇ ਆਦਿਕ ਦੇ ਨਾਲ ਤਿਆਰ ਕੀਤਾ ਭੋਜਨ ਪ੍ਰਸ਼ਾਦ ਬਾਬਾ ਸਾਵਣ ਮਲ ਜੀ ਦੇ ਅੱਗੇ ਲਿਆ ਕੇ ਰੱਖਣਾ ਕਰਦੇ ਹਨ। ਠਾਂਡੈ ਰਹੈ ਦਾਸ ਹਿਤ ਸੇਵਾ ਹੁਕਮ ਦੇਹੈ ਸੋ ਕਰੈ ਸੁਧਾਰ। ਕਈ ਦਰਜਨ ਸੇਵਾਦਾਰ ਦਿਨ ਰਾਤ ਬਾਬਾ ਸਾਵਣ ਮਲ ਦੀ ਹਜ਼ੂਰੀ 'ਚ ਰਹਿਣਾ ਕਰਦੇ ਹੈ। ਕੁਝ ਸੇਵਾਦਾਰ ਦਿਨੇ ਸੇਵਾ ਕਰਦੇ ਹੈ, ਕੁਝ ਰਾਤ ਨੂੰ ਰਹਿੰਦੇ ਹਨ। ਦਿਨ ਰਾਤ ਅੱਖਾਂ ਖੋਲ ਕੇ ਹੱਥ ਜੋੜ ਕੇ ਬਾਬਾ ਸਾਵਣ ਮਲ ਦੇ ਵੱਲ ਵੇਖਣਾ ਕਰਦੇ ਹਨ ਵੀ ਜਦੋਂ ਬਾਬਾ ਸਾਵਣ ਮਲ ਆਪਣੇ 32 ਦੰਦਾਂ ਦੇ ਵਿੱਚੋਂ ਕੋਈ ਆਗਿਆ ਤੇ ਹੁਕਮ ਸਾਨੂੰ ਦੇਣਾ ਕਰਨਗੇ, ਬੜੀ ਛੇਤੀ ਦੇ ਨਾਲ ਅਸੀਂ ਬਾਬਾ ਸਾਵਣ ਮਲ ਦਾ ਹੁਕਮ ਪੂਰਾ ਕਰ ਦੇਣਾ ਕਰੀਏ। ਅਸ ਪਦ ਊਚੋ ਜਬ ਹੈ ਪਹੁੰਚੋ ਚਿਤ ਮਹਿ ਚਿਤ ਵਿਤ ਪਾਇਸ ਪਾਏ। ਸੋ ਜਦੋਂ ਐਸੀ ਵਡਿਆਈ ਐਸੀਆਂ ਮਹਿਮਾ ਉਸਤਤੀਆਂ ਬਾਬਾ ਸਾਵਣ ਮਲ ਦੀਆਂ ਉਸ ਇਲਾਕੇ ਦੇ ਵਿੱਚ ਪ੍ਰਗਟ ਹੋ ਗਈਆਂ, ਸਾਰੇ ਪਾਸੇ ਜੈ ਜੈਕਾਰ ਹੁੰਦੀ ਹੈ। ਹੁਣ ਇੱਕ ਦਿਨ ਬਾਬਾ ਸਾਵਣ ਮਲ ਦੇ ਮਨ ਦੇ ਵਿੱਚ ਇਸ ਪ੍ਰਕਾਰ ਦੀ ਵਿਚਾਰ, ਇਸ ਪ੍ਰਕਾਰ ਦੀ ਗਿਣਤੀ ਆਉਣਾ ਕੀਤੀ ਹੈ। ਕਾਰਜ ਸੁਧਰ ਗਇਓ ਸਭ ਗੁਰ ਕੋ ਪਹੁੰਚਾਏ ਕਾਸ਼ਟ ਸਮਦਾਏ। ਸੋਚਦਾ ਹੈ ਮੇਰੇ ਮਨਾ ਕਿ ਗੁਰੂ ਅਮਰਦਾਸ ਜੀ ਨੇ ਜੋ ਹੁਕਮ ਜੋ ਸੇਵਾ ਟਹਿਲ ਮੇਰੇ ਜੁਮੇ ਲਗਾਈ ਸੀ ਉਹ ਮੈਂ ਸਾਰੀ ਪੂਰੀ ਕਰ ਦਿੱਤੀ ਹੈ। ਰਾਜੇ ਨੂੰ ਪ੍ਰੇਰਨਾ ਕਰਵਾ ਕਰਕੇ ਹਜ਼ਾਰਾਂ ਮਨਾ ਮੋਹੀ ਲੱਕੜਾਂ ਜਿਹੜੀਆਂ ਮੈਂ ਗੋਇੰਦਵਾਲ ਸਾਹਿਬ ਵਿਖੇ ਪਹੁੰਚਾ ਦੇਣਾ ਕੀਤੀਆਂ ਹਨ। ਭੁਰ ਕੇ ਘਰ ਸਭ ਉਸਰ ਭਰੈਂਗੇ ਬਹੁਰ ਕੁਛ ਬਾਕੀ ਬਚ ਜਾਏ। ਬਾਬਾ ਸਾਵਣ ਮਲ ਜੀ ਵਿਚਾਰਦੇ ਹੈ ਵੀ ਜਿੰਨੀਆਂ ਲੱਕੜਾਂ ਮੈਂ ਰਾਜੇ ਨੂੰ ਕਹਿ ਕੇ ਗੋਇੰਦਵਾਲ ਸਾਹਿਬ ਪਹੁੰਚਾਈਆਂ ਹਨ ਉਹਨਾਂ ਲੱਕੜਾਂ ਦੇ ਨਾਲ ਸਾਰੇ ਕਾਰਜ ਸੰਪੂਰਨ ਹੋ ਜਾਣਗੇ, ਤੇ ਜੇ ਥੋੜੇ ਬਹੁਤੇ ਕੋਈ ਕਾਰਜ ਰਹਿ ਵੀ ਗਏ ਤੇ ਦੁਬਾਰਾ ਰਾਜੇ ਨੂੰ ਕਹਿ ਕੇ ਲੱਕੜਾਂ ਦੁਬਾਰਾ ਗੋਇੰਦਵਾਲ ਸਾਹਿਬ ਪਹੁੰਚਵਾ ਦੇਣਾ ਕਰਾਂਗੇ। ਗੋਇੰਦਵਾਲ ਉਚਿਤ ਹੈ ਚਲਬੋ ਦਰਸ਼ੈ ਸਤ ਗੁਰ ਪੰਕਜ ਪਾਏ। ਸਾਵਣ ਮਲ ਜੀ ਸੋਚਦੇ ਹਨ ਵੀ ਕਾਰਜ ਤੇ ਪੂਰਾ ਹੋ ਹੀ ਗਿਆ ਹੈ, ਜਿੰਨੀਆਂ ਲੱਕੜਾਂ ਚਾਹੀਦੀਆਂ ਸੀ ਉਹ ਗੋਇੰਦਵਾਲ ਸਾਹਿਬ ਪਹੁੰਚਵਾ ਦਿੱਤੀਆਂ ਹਨ। ਹੁਣ ਰਾਜੇ ਨਾਲ ਮੇਰਾ ਕੋਈ ਪ੍ਰਯੋਜਨ ਵੀ ਨਹੀਂ ਰਹਿ ਗਿਆ, ਤੇ ਕਿਉਂ ਨਾ ਹੁਣ ਛੇਤੀ ਦੇ ਨਾਲ ਗੋਇੰਦਵਾਲ ਸਾਹਿਬ ਜਾ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕਰਨਾ ਕਰੀਏ। ਤਉ ਏਕ ਚਿੰਤਾ ਤਹਿ ਜੈਬੇ ਇਸ ਰੁਮਾਲ ਤੇ ਅਜਮਤ ਵਾਣ। ਪਰ ਬਾਬਾ ਸਾਵਣ ਮਲ ਜੀ ਮਨ ਦੇ ਵਿੱਚ ਵਿਚਾਰ ਕਰਦੇ ਹੈ ਵੀ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰ ਤੇ ਕਰਨਾ ਚਾਹੀਦੇ ਹਨ ਗੋਇੰਦਵਾਲ ਸਾਹਿਬ ਵਿਖੇ। ਪਰ ਬਾਬਾ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਗੋਇੰਦਵਾਲ ਸਾਹਿਬ ਜਾਣ ਦੇ ਵਿੱਚ ਇੱਕ ਰੁਕਾਵਟ ਹੈ, ਇੱਕ ਕਾਰਨ ਹੈ। ਜਾਣਾ ਵੀ ਚਾਹੀਦਾ ਹੈ, ਪਰ ਜੇ ਮੈਂ ਉੱਥੇ ਚਲਿਆ ਗਿਆ ਤੇ ਮੇਰਾ ਉੱਥੇ ਜਾਣ ਦੇ ਨਾਲ ਨੁਕਸਾਨ ਹੋ ਸਕਦਾ ਹੈ। ਢਿੱਗ ਪਹੁੰਚੈ ਗੁਰ ਲਿਹੰਗ ਇਹੋ ਕਾਰਜ ਭਇਓ ਪੂਰ ਉਰ ਜਾਣ। ਜਦੋਂ ਮੈਂ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੀ ਬਖਸ਼ਿਸ਼ ਆਪਣਾ ਰੁਮਾਲ ਵਾਪਸ ਲੈ ਲੈਣਾ ਹੈ। ਗੁਰੂ ਸਾਹਿਬ ਨੂੰ ਪਤਾ ਲੱਗ ਜਾਣਾ ਹੈ ਕਿ ਕਾਰਜ ਤੇ ਸਾਰੇ ਪੂਰਨ ਹੋ ਗਏ ਹਨ ਜਿਹੜੇ ਸਾਵਣ ਮਲ ਨੂੰ ਅਸੀਂ ਦੱਸੇ ਸਨ। ਹੁਣ ਸਾਵਣ ਮਲ ਦੇ ਕੋਲੋਂ ਇਸ ਰੁਮਾਲ ਦੀ ਜਾਂ ਬਖਸ਼ਿਸ਼ ਦੀ ਕੋਈ ਲੋੜ ਨਹੀਂ ਹੈ। ਐਸੇ ਵਿਚਾਰ ਬਾਬਾ ਸਾਵਣ ਮਲ ਦੇ ਮਨ ਦੇ ਵਿੱਚ ਆਉਣਾ ਕੀਤੀ। ਸ਼ਕਤ ਹੀ ਨ ਹੋਏ ਹਾਂ ਤਿਸ ਛਿਨ ਮੈਂ ਬਹੁਰ ਨ ਕਰ ਹੈ ਕੋ ਮਮ ਮਾਨ। ਕਹਿਣ ਲੱਗਾ ਵੀ ਮੇਰੀ ਮਹਿਮਾ ਮੇਰੀ ਵਡਿਆਈ ਕਰਾਮਾਤ ਕਰਕੇ ਹੈ, ਸ਼ਕਤੀ ਕਰਕੇ ਹੈ, ਕਿਉਂਕਿ ਗੁਰੂ ਅਮਰਦਾਸ ਜੀ ਨੇ ਮੈਨੂੰ ਥਾਪੜਾ ਦੇ ਕਰਕੇ ਅਜਮਤਵਾਨ ਕਰਕੇ ਬਖਸ਼ਿਸ਼ਾਂ ਕਰਕੇ ਇੱਧਰ ਭੇਜਿਆ ਹੈ। ਹੁਣ ਜੇ ਮੈਂ ਗੋਇੰਦਵਾਲ ਸਾਹਿਬ ਵਾਪਸ ਚਲਿਆ ਗਿਆ, ਗੁਰੂ ਸਾਹਿਬ ਨੇ ਆਪਣੀ ਬਖਸ਼ਿਸ਼ ਵਾਪਸ ਲੈ ਲੈਣੀ ਹੈ ਤੇ ਮੈਂ ਤੇ ਪਹਿਲੇ ਵਰਗਾ ਹੀ ਆਮ ਜਿਹੇ ਇਨਸਾਨ ਬਣ ਜਾਵੇਗਾ। ਨਾ ਮੇਰੀ ਕੋਈ ਵਡਿਆਈ ਰਹੇਗੀ, ਨਾ ਮਹਿਮਾ ਰਹੇਗੀ, ਨਾ ਕੋਈ ਪ੍ਰਭਤਾ ਰਹੇਗੀ। ਪਰ ਬਾਬਾ ਸਾਵਣ ਮਲ ਜੀ ਭੁੱਲ ਗਏ ਕਿ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ।
ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਪਰਮੇਸ਼ਰ ਵੱਡਾ ਦਾਤਾ ਹੈ, ਉਹਦੇ ਮਨ ਦੇ ਵਿੱਚ ਬਿਲਕੁਲ ਵੀ ਤਮਾ ਨਹੀਂ ਹੈ, ਗੁੱਸਾ ਨਹੀਂ ਹੈ, ਇੱਕ ਤਿਲ ਨਹੀਂ ਭੰਨਿਆ ਕਾਲਿਆ। ਵਾਹਿਗੁਰੂ ਦਾ ਇਹ ਬਿਰਦ ਨਹੀਂ ਹੈ ਵੀ ਦੇ ਕਰਕੇ ਵਾਪਸ ਲਿਆ ਜਾਵੇ। ਪਰਮਾਤਮਾ ਦੇਣਾ ਜਾਣਦਾ ਹੈ, ਲੈਣਾ ਨਹੀਂ ਜਾਣਦਾ। ਪਰ ਬਾਬਾ ਸਾਵਣ ਮੱਲ ਦੇ ਮਨ ਦੇ ਵਿੱਚ ਇਹ ਵਿਚਾਰ ਆ ਗਈ। ਪਹਿਲਾਂ ਤੇ ਵਿਚਾਰ ਆਏ ਵੀ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ। ਫਿਰ ਮਨ ਕਹਿਣ ਲੱਗਾ ਵੀ ਮਨਾ, ਜੇ ਮੈਂ ਚਲਿਆ ਗਿਆ ਤੇ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਵਾਪਸ ਲੈ ਲੈਣੀ ਹੈ, ਮੈਂ ਤਾਂ ਖਾਲੀ ਭਾਂਡਾ ਬਣ ਜਾਵਾਂਗਾ ਪਹਿਲੇ ਵਰਗਾ, ਨਾ ਮੇਰਾ ਸਤਿਕਾਰ ਰਵੇਗਾ, ਨਾ ਮੇਰੀ ਕੋਈ ਵਡਿਆਈ ਰਵੇਗੀ। ਐਸੇ ਵਿਚਾਰ ਵਾਰ-ਵਾਰ ਬਾਬਾ ਸਾਵਣ ਮੱਲ ਨੇ ਕਰਨਾ ਕੀਤੀ ਹੈ। ਵਡਿਆਈ ਗੁਰ ਕੀ ਤਬ ਬਿਦਤੈ, ਮੈਂ ਬਣ ਜਾਵਾਂ ਅਪਰ ਸਮਾਨ। ਕਹਿਣ ਲੱਗਾ ਪਹਿਲਾਂ ਵੀ ਵਾਹ-ਵਾਹ ਵਡਿਆਈ ਗੁਰੂ ਅਮਰਦਾਸ ਦੀ ਹੈ, ਹੁਣ ਵੀ ਵਡਿਆਈ ਤੇ ਵਾਹ-ਵਾਹ ਗੁਰੂ ਅਮਰਦਾਸ ਦੀ ਹੀ ਰਹਿ ਜਾਵੇਗੀ। ਮੇਰਾ ਤੇ ਕੋਈ ਨਾਮ ਨਿਸ਼ਾਨ ਨਹੀਂ ਰਹਿ ਜਾਵੇਗਾ। ਆਮ ਇਨਸਾਨਾਂ ਦੇ ਵਾਂਗ ਸੰਗਤ ਮੈਨੂੰ ਵੇਖਣਾ ਕਰੇਗੀ। ਇਹਾਂ ਰਹੇ ਹੀ ਬਣੈ ਬਾਰਤਾ, ਪੂਜੈ ਲੋਕ ਬਲੋਕ ਮਹਾਨ। ਸਾਵਣ ਮੱਲ ਨੇ ਵਿਚਾਰਿਆ ਵੀ ਇਸ ਕਰਕੇ ਮੈਨੂੰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਕੋਲ ਨਹੀਂ ਜਾਣਾ ਚਾਹੀਦਾ। ਮੇਰਾ ਸਤਿਕਾਰ, ਮੇਰੀ ਵਡਿਆਈ ਇਸੇ ਜਗ੍ਹਾ ਤੇ ਹੀ ਜਾਣੀ ਜਾਂਦੀ ਹੈ। ਸੇਵੈ ਸਰਬ ਨਿਰਪਤ ਤੇ ਆਦਿਕ, ਅਰਪੈ ਅਣਕ ਉਪਾਇਣ ਆਣ। ਸਾਵਣ ਮੱਲ ਜੀ ਨੇ ਵਿਚਾਰਿਆ ਵੀ ਮੈਂ ਗੋਇੰਦਵਾਲ ਸਾਹਿਬ ਜਾ ਕੇ ਕੀ ਲੈਣਾ ਹੈ, ਮੈਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ। ਇੱਥੇ ਰਾਜਾ ਮੰਤਰੀ ਰਾਣੀ ਸਾਰੇ ਕੀਮਤੀਆਂ ਭੇਟਾਵਾਂ ਦੇ ਦੇ ਕੇ ਮੇਰਾ ਸਤਿਕਾਰ ਕਰਨਾ ਕਰਦੀਆਂ ਹਨ। ਗੋਇੰਦਵਾਲ ਗਏ ਕਿਆ ਪ੍ਰਾਪਤ, ਬਣਿਓ ਰਹੋ ਗੁਰ ਇਸ ਹੀ ਥਾਨ। ਮੇਰਾ ਗੋਇੰਦਵਾਲ ਸਾਹਿਬ ਜਾਣ ਦੇ ਨਾਲ ਕੀ ਸਵਰਨਾ ਹੈ, ਭਾਵ ਕੁਛ ਵੀ ਨਹੀਂ ਸਵਰਨਾ। ਮੈਨੂੰ ਇਸੇ ਇਲਾਕੇ ਦੇ ਵਿੱਚ ਹੀ ਗੁਰੂ ਬਣ ਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣੀ ਚਾਹੀਦੀ ਹੈ। ਚਾਹੋ ਸੋ ਅਜਮਤ ਤੇ ਸਭ ਪਾਵੋ, ਕੀਰਤ ਬਿਦਤੈ ਬਹੁਤ ਜਹਾਨ। ਹਾਂ, ਮਨ ਦੇ ਵਿੱਚ ਵਿਚਾਰਿਆ ਵੀ ਜੋ ਵੀ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਹੋਵੇਗੀ, ਧਾਰਨਾ ਹੋਵੇਗੀ, ਇੱਥੇ ਹੀ ਮਿਲ ਜਾਵੇਗੀ। ਇਸੇ ਜਗ੍ਹਾ ਤੋਂ ਹੀ ਮੇਰਾ ਪ੍ਰਤਾਪ ਦੇਸ਼ ਵਿਦੇਸ਼ਾਂ ਦੇ ਵਿੱਚ ਪ੍ਰਗਟ ਹੋ ਜਾਵੇਗਾ। ਪਰ ਬਾਬਾ ਸਾਵਣ ਮੱਲ ਜੀ ਭੁੱਲ ਗਏ ਵੀ ਦਾਤ ਪਿਆਰੀ ਵਿਸਰਿਆ ਦਾਤਾ। ਦਾਤ ਪਿਆਰੀ ਹੈ ਜਿਹੜੀ ਗੁਰੂ ਨੇ ਦੇ ਦਿੱਤੀ ਹੈ, ਪਰ ਜਿਸ ਗੁਰੂ ਪਰਮੇਸ਼ਰ ਨੇ ਇਹ ਰਹਿਮਤਾਂ ਵਰਤਾਈਆਂ ਹਨ ਉਹ ਛੋਟਾ ਪੈ ਗਿਆ, ਉਹ ਭੁੱਲ ਗਿਆ ਹੈ। ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਵਿਵੇਕੀਆਂ ਜਾਏ। ਅਨੇਕ ਜੂਣੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੇ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਬਾਬਾ ਸਾਵਣ ਮੱਲ ਜੀ ਬੇਮੁਖ ਹੋ ਕਰਕੇ ਇਸ ਪ੍ਰਕਾਰ ਹਰੀਪੁਰ ਇਲਾਕੇ ਦੇ ਵਿੱਚ ਹੀ ਬੈਠ ਗਏ ਹਨ ਤੇ ਮਨ ਦੇ ਵਿੱਚ ਵਿਚਾਰਿਆ ਹੈ ਵੀ ਮੈਨੂੰ ਗੋਇੰਦਵਾਲ ਸਾਹਿਬ ਨਹੀਂ ਜਾਣਾ ਚਾਹੀਦਾ। ਇਮ ਦ੍ਰਿੜ ਚਿਤ ਮੈਂ ਕਰ ਤਹਿ ਠਹਿਰਿਓ, ਨਹਿ ਜਾਵੂੰ ਅਬ ਗੋਇੰਦਵਾਲ। ਆਪਣੇ ਮਨ ਦੇ ਵਿੱਚ ਪੱਕੀ ਧਾਰਨਾ ਕਰ ਲਈ ਬਾਬਾ ਸਾਵਣ ਮੱਲ ਨੇ ਵੀ ਮੈਂ ਗੋਇੰਦਵਾਲ ਸਾਹਿਬ ਵਾਪਸ ਨਹੀਂ ਜਾਣਾ। ਇਸੇ ਜਗ੍ਹਾ ਤੇ ਰਹਿ ਕੇ ਹੀ ਸਮਾਂ ਬਤੀਤ ਕਰਨਾ ਕਰੀਏ। ਕਿਤਕ ਮਾਸ ਬਸਤੇ ਤਹਿ ਬੀਤੇ, ਅੰਤਰ ਜਾਮੀ ਗੁਰੂ ਵਿਸਾਲ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਬਾਬਾ ਸਾਵਣ ਮੱਲ ਨੂੰ ਹਰੀਪੁਰ ਦੇ ਰਾਜੇ ਦੇ ਕੋਲ ਗਿਆ ਹੋਇਆ ਕਾਫੀ ਸਮਾਂ, ਕਾਫੀ ਮਹੀਨੇ ਬੀਤ ਗਏ ਤੇ ਅੰਤਰਜਾਮੀ ਸਤਿਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਮਨ ਦੇ ਵਿੱਚ ਇਸ ਪ੍ਰਕਾਰ ਵਿਚਾਰ ਕਰਨਾ ਕੀਤੀ ਹੈ। ਜਾਣਿਓ ਚਿਤ ਬਿਕਾਰ ਜੁਤ ਤਿਸ, ਕੋ ਪਠਿਓ ਹੁਕਮ ਨਾਮਾ ਤਿਸ ਕਾਲ। ਮਹਾਰਾਜ ਨੇ ਮਨ ਦੇ ਵਿੱਚ ਵਿਚਾਰੇ ਵੀ ਸਾਡਾ ਪੁੱਤਰ, ਮੇਰਾ ਭਤੀਜਾ, ਮੇਰਾ ਸੇਵਕ ਬਾਬਾ ਸਾਵਣ ਮੱਲ ਹੰਕਾਰ ਸਹਿਤ ਹੋ ਗਿਆ ਹੈ। ਛੋਟੀ ਜਿਹੀ ਦਾਤ ਪਾ ਕਰਕੇ, ਛੋਟੀ ਜਿਹੀ ਬਖਸ਼ਿਸ਼ ਪਾ ਕਰਕੇ ਮਨ ਦੇ ਵਿੱਚ ਵਿਕਾਰ ਆ ਗਏ ਹਨ। ਇਸ ਗੱਲ ਦੀ ਮਨ ਦੇ ਵਿੱਚ ਚਿੰਤਾ ਆ ਗਈ ਹੈ ਵੀ ਮੈਂ ਜੇ ਗੋਇੰਦਵਾਲ ਸਾਹਿਬ ਚਲਿਆ ਗਿਆ ਤੇ ਕਿਤੇ ਗੁਰੂ ਅਮਰਦਾਸ ਮਹਾਰਾਜ ਮੇਰੀ ਸ਼ਕਤੀ, ਮੇਰੀ ਕਰਾਮਾਤ ਵਾਪਸ ਨਾ ਲੈ ਲੈਣ।
ਛੋਟੀ ਸੋਚ ਸੀ, ਛੋਟੀ ਸੋਚ ਦੇ ਨਾਲ ਛੋਟੀ ਵਿਚਾਰ ਬਣਾ ਕੇ ਬਾਬਾ ਸਾਵਣ ਮੱਲ ਜੀ ਉੱਥੇ ਹੀ ਬੈਠ ਗਏ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਅੰਤਰਜਾਮਤਾ ਦੇ ਨਾਲ ਇਸ ਸਾਰੀ ਵਿਧੀ ਦਾ ਪਤਾ ਲੱਗਾ ਵੀ ਸਾਵਣ ਮੱਲ ਘਬਰਾ ਕੇ ਡਰ ਕੇ ਉੱਥੇ ਹੀ ਬੈਠ ਗਿਆ ਹੈ, ਹੁਣ ਉਹਦਾ ਮਨ ਨਹੀਂ ਚਾਹੁੰਦਾ ਵੀ ਮੈਂ ਦੁਬਾਰਾ ਗੋਇੰਦਵਾਲ ਸਾਹਿਬ ਵਾਪਸ ਆਵਾਂ। ਐਸੇ ਵਿਚਾਰ ਕਰਨ ਤੋਂ ਬਾਅਦ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਹੁਕਮਨਾਮਾ ਜਿਹੜਾ ਸੀ ਬੜੀ ਛੇਤੀ ਦੇ ਨਾਲ ਭਾਈ ਬੱਲੂ ਜੀ ਦੇ ਪਾਸੋਂ ਲਿਖਵਾ ਲੈਣਾ ਕੀਤਾ। ਪਾਠਕਾਰ ਕੁਛ ਵਿਲਾਉ ਲਿਖ ਭੇਜਿਓ, ਆਵਣ ਦੇਤ ਨਹੀਂ ਮਹਿਪਾਲ। ਉਸ ਹੁਕਮਨਾਮੇ 'ਚ ਗੁਰੂ ਸਾਹਿਬ ਦਾ ਹੁਕਮ ਸੀ ਵੀ ਬੇਟਾ ਪੁੱਤਰ ਸਾਵਣ ਮੱਲ ਛੇਤੀ ਤੋਂ ਛੇਤੀ ਗੋਇੰਦਵਾਲ ਸਾਹਿਬ ਆਉਣਾ ਕਰੋ, ਤੁਹਾਡੇ ਨਾਲ ਸਾਡਾ ਕੋਈ ਪ੍ਰਯੋਜਨ ਹੈ, ਕੋਈ ਕਾਰਜ ਹੈ, ਤੇ ਜਿਹੜੇ ਕਾਰਜ ਵਾਸਤੇ ਅਸੀਂ ਤੁਹਾਨੂੰ ਇਸ ਕਾਂਗੜੇ ਇਲਾਕੇ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਭੇਜਿਆ ਸੀ, ਉਹ ਕਾਰਜ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨੇਪਰੇ ਚੜ੍ਹ ਗਏ ਹੈ, ਪੂਰਨ ਹੋ ਗਏ ਹਨ। ਹੁਣ ਤੁਹਾਡਾ ਇੱਥੇ ਰਹਿਣ ਦਾ ਕੋਈ ਕਾਰਜ ਨਹੀਂ ਹੈ, ਤੁਸੀਂ ਛੇਤੀ ਦੇ ਨਾਲ ਸਾਡੇ ਕੋਲ ਆ ਜਾਓ। ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਭੇਜਿਆ ਹੋਇਆ ਇਹ ਪਾਵਨ ਹੁਕਮ ਬਾਬਾ ਸਾਵਣ ਮੱਲ ਜੀ ਦੇ ਕੋਲ ਪਹੁੰਚਿਆ ਤੇ ਬਾਬਾ ਸਾਵਣ ਮੱਲ ਜੀ ਨੇ ਪੜ੍ਹਿਆ ਹੈ। ਪੜ੍ਹਨ ਤੋਂ ਬਾਅਦ ਬੜੀ ਛੇਤੀ ਦੇ ਨਾਲ ਹੁਕਮਨਾਮਾ ਦਾ ਉੱਤਰ ਦੇਣ ਲੱਗਿਆ ਇੱਕ ਚਿੱਠੀ ਲਿਖੀ, ਤੇ ਚਿੱਠੀ ਦੇ ਵਿੱਚ ਬਾਬਾ ਸਾਵਣ ਮੱਲ ਜੀ ਨੇ ਇੱਕ ਬਹਾਨਾ ਬਣਾ ਦੇਣਾ ਕੀਤਾ ਹੈ। ਕੀਤਕ ਦਿਨ ਮੈਂ ਦਰਸ਼ਨ ਕਰਹੁ, ਸ਼੍ਰੀ ਸਤਿਗੁਰ ਸੁਣ ਜਾਣ ਵਿਲਾਉ। ਕਹਿਣ ਲੱਗਾ ਗੁਰੂ ਸਾਹਿਬ ਜੀ ਮੈਨੂੰ ਰਾਜਾ ਨਹੀਂ ਆਉਣ ਦਿੰਦਾ, ਮੇਰਾ ਤਾਂ ਬੜਾ ਮਨ ਹੈ ਵੀ ਛੇਤੀ ਤੋਂ ਛੇਤੀ ਆਣ ਕੇ ਮੈਂ ਤੁਹਾਡਾ ਦਰਸ਼ਨ ਦੀਦਾਰ ਕਰਾਂ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ, ਪਰ ਗੁਰੂ ਸਾਹਿਬ ਜੀ ਮੇਰਾ ਵੱਸ ਨਹੀਂ ਹੈ, ਨਾ ਰਾਜਾ ਆਉਣ ਦਿੰਦਾ ਹੈ ਨਾ ਰਾਣੀ ਹੱਟ ਛੱਡਦੀ ਹੈ, ਇੱਥੋਂ ਦਾ ਇਲਾਕਾ ਸਾਰੀ ਸੰਗਤ ਵੀ ਬੜਾ ਪਿਆਰ ਕਰਦੀ ਹੈ, ਜਦੋਂ ਹੀ ਮੈਨੂੰ ਰਾਜਾ ਆਗਿਆ ਦੇ ਦੇਵੇਗਾ, ਰਾਜੇ ਦੀ ਮਰਜ਼ੀ ਮਿਲ ਜਾਵੇਗੀ, ਮੈਂ ਛੇਤੀ ਦੇ ਨਾਲ ਤਤਕਾਲ ਦੇ ਨਾਲ ਆਣ ਕੇ ਤੁਹਾਡੇ ਦਰਸ਼ਨ ਦੀਦਾਰ ਕਰਨਾ ਕਰਾਂਗਾ। ਅੱਜ ਮਤ ਜੁਗਤ ਰਮਾਲ ਸੁਤਤ ਛਿਨ, ਗੋਏ ਅੰਦਵਾਲ ਚਾਹੋਂ ਚੱਲ ਆਉ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਚਾਰ ਲਿਆ ਵੀ ਸਾਵਣ ਮੱਲ ਥਿੜਕ ਗਿਆ ਹੈ, ਅੰਦਰੋਂ ਡੋਲ ਗਿਆ ਹੈ, ਅੰਦਰੋਂ ਕੰਬ ਗਿਆ ਹੈ, ਹੁਣ ਬਹਾਨੇ ਲਗਾ ਰਿਹਾ, ਝੂਠ ਬੋਲ ਰਿਹਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਬੈਠਿਆਂ ਬੈਠਿਆਂ ਹੀ ਮਨ 'ਚ ਫੁਰਨਾ ਕੀਤਾ ਵੀ ਜਿਹੜੀ ਸਾਵਣ ਮੱਲ ਦੇ ਉੱਤੇ ਅਸੀਂ ਬਖਸ਼ਿਸ਼ ਕੀਤੀ ਹੈ ਤੇ ਉਹਨੂੰ ਰੁਮਾਲ ਦਿੱਤਾ ਸੀ, ਉਹ ਵਾਪਸ ਸਾਡੇ ਕੋਲ ਆ ਜਾਵੇ। ਗੁਰੂ ਸਾਹਿਬ ਜੀ ਦਾ ਫੁਰਨਾ ਕਰਨ ਦੇ ਨਾਲ ਹੀ, ਮਨ ਦੇ ਵਿੱਚ ਵਿਚਾਰ ਕਰਨ ਦੇ ਨਾਲ ਹੀ ਉਹ ਰੁਮਾਲ ਤੇ ਜਿਹੜੀ ਸਾਵਣ ਮੱਲ ਦੇ ਉੱਤੇ ਬਖਸ਼ਿਸ਼ ਕੀਤੀ ਸੀ ਅਜਮਤਾਂ ਕਰਾਮਾਤਾਂ ਦੇ ਨਾਲ, ਉਹ ਸਾਰੀਆਂ ਚੀਜ਼ਾਂ ਵਾਪਸ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਕੋਲ ਚਰਨਾਂ ਦੇ ਵਿੱਚ ਆਣ ਕੇ ਹਾਜ਼ਰ ਹੋ ਗਈਆਂ। ਚਿਤਵਣ ਤੇ ਤੂਰਾ ਨਹੀਂ ਆਇਓ, ਸ਼ੂਸ਼ੋ ਸਾਵਣ ਤਹਾਂ ਰਹਾਉ। ਗੁਰੂ ਸਾਹਿਬ ਜੀ ਦੇ ਸੋਚਣ ਦੇ ਨਾਲ ਹੀ ਸਾਰੀ ਬਖਸ਼ਿਸ਼ ਵਾਪਸ ਹੋ ਗਈ ਹੈ। ਹੁਣ ਬਾਬਾ ਸਾਵਣ ਮੱਲ ਖਾਲੀ ਭਾਂਡਾ ਬਣ ਕੇ ਹਰੀਪੁਰ ਦੇ ਰਾਜੇ ਦੇ ਪਾਸ ਬੈਠੇ ਹੋਏ ਹਨ। ਜਾਣ ਗੁਰੂ ਗਤ ਬਹੁਤ ਬਸੂਰਤ, ਮੈਂ ਕੋ ਕਰਮ ਹੀ ਲਿਓ ਕਮਾਉ। ਹੁਣ ਜਦੋਂ ਬਾਬਾ ਸਾਵਣ ਮੱਲ ਨੂੰ ਆਪਣੀ ਅਵਸਥਾ ਦਾ ਪਤਾ ਲੱਗਾ ਵੀ ਮੈਂ ਤੇ ਖਾਲੀ ਭਾਂਡਾ ਬਣ ਗਿਆ, ਮੇਰੀ ਤੇ ਅਵਸਥਾ ਐਸੀ ਹੋਈ ਵੀ ਗੁਬਾਰੇ ਦੇ ਅੰਦਰੋਂ ਜਿਵੇਂ ਹਵਾ ਕੱਢ ਲਈ ਜਾਵੇ, ਮੈਂ ਤੇ ਖਾਲੀ ਗੁਬਾਰਾ ਰਹਿ ਗਿਆ ਹਾਂ। ਜਿਹੜੀਆਂ ਬਖਸ਼ਿਸ਼ਾਂ ਕਰਕੇ ਅਜਮਤਾਂ ਕਰਕੇ ਇਸ ਇਲਾਕੇ ਦੇ ਵਿੱਚ ਮੇਰੀ ਮਾਣ ਸੀ, ਪ੍ਰਤਿਸ਼ਠਾ ਸੀ, ਮੇਰੀ ਵਾਹ ਵਾਹ ਹੁੰਦੀ ਸੀ, ਉਹ ਤੇ ਸਾਰੇ ਬਖਸ਼ਿਸ਼ ਗੁਰੂ ਅਮਰਦਾਸ ਮਹਾਰਾਜ ਨੇ ਵਾਪਸ ਲੈ ਲਈ ਹੈ। ਹੁਣ ਇੱਥੇ ਮੇਰੇ ਰਹਿਣ ਦਾ ਕੀ ਪ੍ਰਯੋਜਨ ਹੈ? ਨਾ ਮੈਨੂੰ ਕਿਸੇ ਨੇ ਮੱਥਾ ਟੇਕਣਾ ਹੈ, ਨਾ ਕਿਸੇ ਦੀ ਮਨੋਕਾਮਨਾ ਪੂਰਨ ਹੋਣੀ ਹੈ। ਐਸੇ ਵਿਚਾਰ ਕਰਕੇ ਬਾਬਾ ਸਾਵਣ ਮੱਲ ਦੇ ਮਨ ਦੇ ਵਿੱਚ ਵਿਚਾਰ ਆਈ ਵੀ ਮੈਂ ਵੱਡਾ ਕੁਕਰਮ ਕਮਾਇਆ ਹੈ, ਮਾੜਾ ਕਰਮ ਕੀਤਾ ਹੈ, ਜੋ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਗੋਇੰਦਵਾਲ ਸਾਹਿਬ ਜਾਣਾ ਨਹੀਂ ਕੀਤਾ। ਦਿਨ ਦੋਏ ਚਤੁਰ ਬਸੂਰਤ ਬੀਤੇ, ਪੁਨ ਮਨ ਮੈਂ ਸਮਝਿਓ ਇਸ ਪਾਏ। ਸੋ ਜਦੋਂ ਤਕਰੀਬਨ ਕਵੀ ਜੀ ਕਹਿੰਦੇ ਚਤਰ ਤੇ ਦੋਏ, ਚਤਰ ਦੋਏ ਦਾ ਮਤਲਬ ਹੈ 5 ਤੋਂ ਲੈ ਕੇ 7-6 ਦਿਨ ਬੀਤ ਗਏ, ਹਫ਼ਤਾ ਕੁ ਬੀਤ ਗਿਆ।
ਤੇ ਬਾਬਾ ਸਾਵਣ ਮਾਲ ਜੀ ਨੇ ਇਸ ਪ੍ਰਕਾਰ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਆਉਣਾ ਕੀਤੀ ਹੈ। ਰਾਜਾ ਰਾਣੀ ਸਚਿਵ ਪ੍ਰਜਾ ਜੁਤ ਮੈਂ ਅਬ ਚਲੋਂ ਪਰੋਂ ਗੁਰ ਪਾਏ। ਹਾਂ, ਮਨ ਦੇ ਵਿੱਚ ਵਿਚਾਰ ਆਏ ਵੀ ਮਨਾ ਭੁੱਲ ਤੇ ਤੂੰ ਕਰ ਹੀ ਲਈ ਹੈ, ਪਰ ਕੋਈ ਗੱਲ ਨਹੀਂ, ਹੁਣ ਭੁੱਲ ਦੇ ਉੱਤੋਂ ਵੱਡੀ ਭੁੱਲ ਨਾ ਕਰ। ਐਸੇ ਵਿਚਾਰ ਕਰਕੇ ਸਾਵਣ ਮਲ ਰਾਜੇ ਦੇ ਕੋਲ ਗਿਆ ਤੇ ਰਾਜਾ ਰਾਣੀ ਤੇ ਸਾਰੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਕੀਤੀ ਹੈ ਕਿ ਸਾਡੇ ਵੱਡੇ ਗੁਰੂ ਅਮਰਦਾਸ ਮਹਾਰਾਜ ਜਾਣੇ ਜਾਂਦੇ ਹਨ। ਭੂਲ ਕਰੋ ਬਖਸ਼ਾਵਣ ਸਗਰੀ ਅਹੈ ਵਿਸਾਲ ਨਾ ਕੁਛ ਮਨ ਲਿਆਏ। ਸੋਚਦਾ ਹੈ ਵੀ ਨਾ ਸਾਰਿਆਂ ਨੂੰ ਲਿਜਾ ਕਰਕੇ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਮੱਥਾ ਟਿਕਵਾ ਦੇਵਾਂ, ਨਾਲੇ ਮੇਰੇ ਕੋਲ ਵੀ ਗਲਤੀ ਹੋਈ ਹੈ ਤੇ ਮੈਂ ਵੀ ਜਾ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਅੱਗੇ ਹੱਥ ਜੋੜ ਕੇ ਆਪਣੀ ਭੁੱਲ ਬਖਸ਼ਵਾ ਲੈਣਾ ਕਰਾਂ। ਸਭ ਸੰਗਤ ਜੁਤ ਸ਼ਰਣੀ ਪਰ ਹਾਂ ਬਿਨਤੀ ਕਰ ਹਾਂ ਥਿਰ ਅਗਵਾਏ। ਜਦੋਂ ਸਾਰੇ ਸੰਗਤ ਦੇ ਸਮੇਤ ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਮੈਂ ਮੱਥਾ ਟੇਕਾਂਗਾ, ਇਹਨਾਂ ਨੂੰ ਮੱਥਾ ਟਿਕਵਾਵਾਂਗਾ ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮੇਰੀ ਭੁੱਲ ਬਖਸ਼ਵਾ ਦੇਣਾ ਕਰਨਗੇ। ਵੱਡਿਆਨ ਕੀ ਰਿਸ ਅਗਣੀ ਸੰਸਾਰ ਬਿਨਾ ਨੀਰ ਤੇ ਹੋਵਤ ਸ਼ਾਂਤ। ਸੋਚਦਾ ਹੈ ਵੀ ਵੱਡਿਆਂ ਦਾ ਜਿਹੜੀ ਨਾਰਾਜ਼ਗੀ ਹੁੰਦੀ ਹੈ ਨਾ, ਵੱਡਿਆਂ ਦਾ ਜਿਹੜਾ ਗੁੱਸਾ ਹੁੰਦਾ ਹੈ, ਕਹਿਣ ਲੱਗੇ ਉਹ ਤੇ ਅੱਗ ਦੇ ਸਮਾਨ ਹੈ, ਤੇ ਜਿਹੜੇ ਬੱਚੇ ਹੁੰਦੇ ਹੈ ਉਹਨਾਂ ਦੀ ਨਿਮਰਤਾ ਪਾਣੀ ਦੇ ਵੱਤ ਹੋਇਆ ਕਰਦੀ ਹੈ। ਜਿਵੇਂ ਪਾਣੀ ਪੈਣ ਦੇ ਨਾਲ ਅੱਗ ਸ਼ਾਂਤ ਹੋ ਜਾਂਦੀ ਹੈ, ਇਸੇ ਪ੍ਰਕਾਰ ਗਲਤੀ ਕਰਨ ਵਾਲਾ ਜਦੋਂ ਹੱਥ ਜੋੜ ਕਰਕੇ ਆਪਣੇ ਵੱਡਿਆਂ ਦੇ ਅੱਗੇ ਕਹਿ ਜਾਵੇ ਜੀ ਮੈਂ ਭੁੱਲ ਕਰ ਲਈ, ਮੇਰੇ ਕੋਲ ਗਲਤੀ ਹੋ ਗਈ ਹੈ, ਤੇ ਸਮਝ ਲਓ ਵੀ ਸਾਰੀ ਅੱਗ ਜਿਹੜੀ ਹੈ ਉਹ ਸ਼ਾਂਤ ਹੋ ਗਈ, ਠੰਡ ਹੋ ਗਈ ਹੈ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਇਹ ਗੁਰੂ ਘਰ ਦੀ ਨਰਸਰੀ ਹੈ, ਦਾਖਲਾ ਹੈ, ਤੇ ਬ੍ਰਹਮ ਗਿਆਨੀ ਆਪ ਨਿਰੰਕਾਰ ਇਹ ਮੰਨੋ ਕਿ ਗੁਰੂ ਘਰ ਦੀ MA ਹੈ, ਜਿੱਥੇ ਜਾ ਕੇ ਪੜ੍ਹਾਈ ਪੂਰੀ ਹੋ ਜਾਂਦੀ ਹੈ, ਪਰ ਨਰਸਰੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਗੁਰਮਤਿ ਹਿਰਦੈ ਗਰੀਬੀ ਆਵੇ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸ਼ਾਰੀ। ਬਾਬਾ ਸਾਵਣ ਮਲ ਦੇ ਵਿੱਚ ਵੀ ਨਿਮਰਤਾ ਆਈ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਅੰਦਰ ਝਾਤੀ ਮਾਰੀ ਬਾਬਾ ਸਾਵਣ ਮਲ ਨੇ ਵੀ ਕਸੂਰ ਤੇ ਮੇਰਾ ਹੈ, ਗਲਤੀ ਤੇ ਮੇਰੀ ਹੈ। ਗੁਰੂ ਅਮਰਦਾਸ ਜੀ ਨੇ ਤੇ ਮੈਨੂੰ ਬੁਲਾਇਆ ਸੀ, ਮੈਂ ਆਪ ਹੀ ਨਹੀਂ ਗਿਆ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀਆਂ ਬਖਸ਼ੀਆਂ ਹੋਈਆਂ ਬਖਸ਼ਿਸ਼ਾਂ ਮੇਰੇ ਕੋਲੋਂ ਵਾਪਸ ਲੈ ਲਈਆਂ ਹਨ। ਤੇ ਹੁਣ ਮੈਨੂੰ ਚਾਹੀਦਾ ਹੈ ਕਿ ਰਾਜੇ ਰਾਣੀ ਦੇ ਸਮੇਤ ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਆਪਣੀ ਭੁੱਲ ਬਖਸ਼ਵਾ ਲਈ ਜਾਵੇ, ਮੱਥਾ ਟੇਕਿਆ ਜਾਵੇ। ਤੇ ਨਾਲੇ ਬਾਬਾ ਸਾਵਣ ਮਲ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਆਈ ਕਿ ਵੱਡਿਆਂ ਦਾ ਕ੍ਰੋਧ ਅੱਗ ਦੇ ਵੱਤ ਹੈ, ਤੇ ਛੋਟਿਆਂ ਦੀ ਆਪਣੀ ਭੁੱਲ ਨੂੰ ਸਵੀਕਾਰ ਕਰ ਲੈਣਾ ਇਹ ਪਾਣੀ ਦੇ ਵੱਤ ਜਾਣਿਆ ਜਾਂਦਾ ਹੈ। ਅਵਰ ਉਪਾਵ ਨਹੀਂ ਕੁਛ ਬਣ ਹੈ ਕਰੇ ਜੇ ਬਲ ਛਲ ਕ੍ਰਿਤ ਪਰ ਜਾਤ। ਸੋਚਦੇ ਹਨ ਵੀ ਹੋਰ ਕੋਈ ਢੰਗ ਨਹੀਂ, ਜੇ ਮੈਂ ਗੁਰੂ ਅਮਰਦਾਸ ਜੀ ਦੇ ਅੱਗੇ ਜਾ ਕੇ ਸਿਆਣਪ ਦਿਖਾਈ, ਚਲਾਕੀ ਕੀਤੀ, ਆਪਣੀਆਂ ਹੁਜਤਾਂ ਕੀਤੀਆਂ, ਇਹ ਤੇ ਐਵੇਂ ਹੈ ਜਿਵੇਂ ਬਲਦੀ ਹੋਈ ਅੱਗ ਦੇ ਵਿੱਚ ਘਿਓ ਪਾ ਦੇਣਾ। ਮੈਂ ਤੇ ਬਲਦੀ ਹੋਈ ਅੱਗ ਦੇ ਵਿੱਚ ਪਾਣੀ ਪਾਉਣਾ ਹੈ, ਨਾ ਕਿ ਘਿਓ ਪਾਉਣਾ ਹੈ। ਐਸੇ ਵਿਚਾਰ ਬਾਬਾ ਸਾਵਣ ਮਲ ਨੇ ਕਰਨਾ ਕੀਤੀ। ਇਹ ਮਤ ਦ੍ਰਿੜ ਕਰ ਕਹਿਓ ਨ੍ਰਿਪਤ ਕੋ ਹਮਰੇ ਬੜੇ ਤਹਾਂ ਅਵਦਾਤ। ਐਸੇ ਵਿਚਾਰ ਕਰਕੇ ਤੇ ਬਾਬਾ ਸਾਵਣ ਮਲ ਨੇ ਰਾਜੇ ਨੂੰ ਆਪਣੇ ਕੋਲ ਸੱਦਿਆ। ਰਾਜਾ ਆਇਆ, ਕਹਿਣ ਲੱਗਾ ਬਾਬਾ ਜੀ ਹੁਕਮ ਕਰੋ, ਕਿਵੇਂ ਯਾਦ ਕੀਤਾ ਹੈ? ਬਾਬਾ ਸਾਵਣ ਮਲ ਜੀ ਕਹਿਣ ਲੱਗੇ ਰਾਜਾ ਜੀ ਮੇਰੀ ਗੱਲ ਧਿਆਨ ਦੇ ਨਾਲ ਸੁਣ। ਸਾਡੇ ਵੱਡੇ ਗੁਰੂ ਨਾਨਕ ਸਾਹਿਬ ਜੀ ਹੋਏ ਹਨ, ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ। ਹੁਣ ਵਰਤਮਾਨ ਸਮੇਂ ਦੇ ਅੰਦਰ ਗੁਰੂ ਨਾਨਕ ਦੇ ਤਖਤ ਦੇ ਉੱਤੇ ਜਿਹੜੇ ਗੁਰੂ ਸਾਹਿਬ ਬੈਠੇ ਹੋਏ ਹਨ, ਉਹਨਾਂ ਦਾ ਨਾਮ ਸ਼੍ਰੀ ਗੁਰੂ ਅਮਰਦਾਸ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਕਿਰਪਾ ਪਾਏ ਤਿਨ ਕੀ ਮੈਂ ਆਇਓ ਬਸਿਓ ਬਹੁਤ ਸਭ ਕੋ ਸੁਖ ਦਾਤ। ਤੇ ਉਸ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਹੀ ਮੈਂ ਤੁਹਾਡੇ ਦੇਸ਼ ਦੇ ਵਿੱਚ, ਤੁਹਾਡੇ ਇਲਾਕੇ 'ਚ ਆਇਆ ਸੀ, ਤੇ ਤੁਹਾਡੇ ਸਾਰਿਆਂ ਦੀਆਂ ਆਣ ਕੇ ਮਨੋਕਾਮਨਾ ਆਸਾਂ ਮਨਸਾ ਪੂਰਨ ਕਰਨਾ ਕੀਤੀਆਂ। ਅਬ ਦਰਸ਼ਨ ਹਿਤ ਮੈਂ ਚੱਲ ਜੈ ਹਾਂ ਤੁਮ ਭੀ ਝਲ ਕਰ ਪਰਸੋਂ ਪਾਏ। ਮੈਂ ਨੈਣੀ ਨੀਂਦ ਨਾ ਆਵੇ ਜਿਉ ਭਾਵੇ ਅੰਨ ਨਾ ਪਾਣੀ। ਰਾਜਨ ਜੀ
ਹੁਣ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਤੋਂ ਬਗੈਰ ਮੇਰਾ ਇੱਥੇ ਸਮਾਂ ਬਤੀਤ ਨਹੀਂ ਹੋ ਰਿਹਾ। ਮੇਰੇ ਮਨ ਨੂੰ ਵਾਰ-ਵਾਰ ਖਿਆਲ ਆ ਰਿਹਾ ਹੈ ਕਿ ਛੇਤੀ ਤੋਂ ਛੇਤੀ ਜਾ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਲਈਏ। ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹ ਸੋ ਸੱਜਣ ਟੋਲ। ਮੈਨੂੰ ਤਾਂ ਖੰਭ ਮਿਲ ਜਾਣ ਤੇ ਮੈਂ ਉੱਡ ਕਰਕੇ ਛੇਤੀ ਦੇ ਨਾਲ ਜਾ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਲਵਾਂ। ਐਸੇ ਵਿਚਾਰ ਰਾਜੇ ਦੇ ਸਾਹਮਣੇ ਬਾਬਾ ਸਾਵਣ ਮਲ ਨੇ ਰੱਖਣਾ ਕੀਤੀ ਹੈ। ਤੁਮ ਪੀ ਚਾਲ ਕਰ ਪਰਸੋਂ ਪਾਏ, ਅਤ ਪੁਨੀਤ ਹੈ ਮੇਲ ਤਿਨੋਂ ਕੋ। ਤੇ ਰਾਜਾ ਜੀ ਮੇਰਾ ਵੀ ਮਨ ਕਹਿੰਦਾ ਹੈ ਵੀ ਮੇਰੇ ਸਮੇਤ ਤੁਸੀਂ ਵੀ ਨਾਲ ਚੱਲੋ, ਰਾਣੀ ਵੀ ਚੱਲੇ, ਮੰਤਰੀ ਵੀ ਚੱਲਣ, ਸਾਰੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ। ਗੁਰੂ ਕੇ ਦਰਸ਼ਨਾਂ ਦਾ ਵੱਡਾ ਮਹਾਤਮ ਹੈ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗੰਮ ਅਪਾਰ, ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨਹਾਰ। ਸੋ ਰਾਜਾ ਗੁਰੂ ਦੇ ਦਰਸ਼ਨਾਂ ਦਾ ਵੱਡਾ ਮਹਾਤਮ ਹੈ। ਲੋਕ ਪਰਲੋਕ ਦੇ ਸੁੱਖ ਮਿਲਦੇ ਹਨ, ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ। ਤੋ ਮੇਰਾ ਨਿਰੋਧ ਹੈ, ਮੇਰੀ ਬੇਨਤੀ ਹੈ ਕਿ ਆਪਣੇ ਪਰਿਵਾਰ ਦੇ ਸਮੇਤ ਤੁਸੀਂ ਵੀ ਸਾਰੇ ਚੱਲ ਕੇ ਗੁਰੂ ਦੇ ਦਰਸ਼ਨ ਕਰਨਾ ਕਰੋ। ਉੱਤਮ ਅਦਕ ਅਕੋਰਣ ਕੋ ਲੇਹੋ, ਗੁਰ ਪ੍ਰਸੰਨਤਾ ਤੇ ਸੁਖ ਪਾਏ। ਤੇ ਤੁਸੀਂ ਰਾਜਾ ਜੀ ਐਵੇਂ ਕਰੋ ਵੀ ਚੰਗੀਆਂ ਚੰਗੀਆਂ ਭੇਟਾਵਾਂ ਆਪਣੇ ਨਾਲ ਲੈ ਲਓ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਰੱਖ ਕੇ ਮੱਥਾ ਟੇਕਿਓ। ਗੁਰੂ ਸਾਹਿਬ ਜੀ ਵੱਡੀ ਕਿਰਪਾ ਰਹਿਮਤ ਤੁਹਾਡੇ ਤੇ ਕਰਨਾ ਕਰਨਗੇ। ਸਭ ਰਣਵਾਸ ਸਚਬ ਅਰ ਸੈਣਾ, ਪਰਜਾ ਲੋਕ ਸੰਗੈ ਸਮਦਾਏ। ਰਾਜਾ ਜੀ ਆਪਣੀ ਪਟਰਾਣੀ, ਫਿਰ ਛੋਟੀਆਂ ਰਾਣੀਆਂ, ਆਪਣੇ ਪੁੱਤਰ ਧੀ ਮੰਤਰੀ, ਜਿੰਨਾ ਵੀ ਤੁਹਾਡਾ ਪਰਿਵਾਰ ਹੈ ਜਾਂ ਤੁਹਾਡੀ ਪ੍ਰਜਾ ਹੈ, ਜਿਨ੍ਹਾਂ ਨੇ ਵੀ ਤੁਹਾਡੇ ਨਾਲ ਜਾਣਾ ਹੈ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਗੋਇੰਦਵਾਲ ਸਾਹਿਬ ਨੂੰ ਚੱਲਣਾ ਕਰੀਏ। ਨ੍ਰਿਪ ਕਰ ਜੋਰੇ ਮਾਨ ਬਾਰਤਾ, ਭਇਓ ਤਿਆਰ ਸਭ ਹੀ ਸੰਗ ਲੀਨਾ। ਰਾਜੇ ਨੇ ਹੱਥ ਜੋੜ ਕੇ ਗਿਆ, ਕਹਿਣ ਲੱਗਾ ਜੀ ਧੰਨ ਭਾਗ ਸਾਡੇ, ਅਸੀਂ ਤੇ ਬੜੇ ਸਮੇਂ ਤੋਂ ਉਡੀਕ ਰਹੇ ਸੀ ਵੀ ਉਹ ਸਫਲ ਘੜੀ ਸੁਹਾਵਾ ਸਮਾਂ ਕਦੋਂ ਆਵੇਗਾ ਜਦੋਂ ਅਸੀਂ ਵੀ ਜਾ ਕੇ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰ ਸਕਾਂਗੇ। ਸੋ ਰਾਜੇ ਨੇ ਕਿਹਾ ਜੀ ਇਹ ਤੇ ਬੜੀ ਚੰਗੀ ਗੱਲ ਹੈ, ਅਸੀਂ ਸਾਰੇ ਮਿਲ ਕੇ ਤਿਆਰੀ ਕਰਨਾ ਕਰੀਏ। ਸਾਵਣ ਮਲ ਹਿਤ ਸੇਵਕਾ ਦੀਨਸ, ਗਜ ਬਾਜੀ ਰਚ ਸਾਜ ਨਵੀਨ। ਸੋ ਰਾਜੇ ਨੇ ਆਪਣੇ ਵਾਸਤੇ ਚੰਗੇ ਹਾਥੀਆਂ ਦੇ ਪ੍ਰਬੰਧ ਕਰਵਾਏ, ਘੋੜਿਆਂ ਦੇ, ਪਾਲਕੀਆਂ ਦੇ, ਰੱਥਾਂ ਦੇ ਪ੍ਰਬੰਧ ਕਰਵਾਏ, ਕਿਉਂਕਿ ਰਾਜੇ ਨੇ ਆਪ ਜਾਣਾ ਹੈ, ਵਜ਼ੀਰਾਂ ਨੇ ਜਾਣਾ ਹੈ, ਰਾਣੀ ਹੈ, ਹੋਰ ਲੋਕ ਹਨ। ਤੇ ਬਾਬਾ ਸਾਵਣ ਮਲ ਜੀ ਦੇ ਵਾਸਤੇ ਇੱਕ ਚੰਗੀ ਸਿਵਕਾ ਦਾ ਪ੍ਰਬੰਧ ਕਰਵਾਇਆ ਗਿਆ ਹੈ, ਮਤਲਬ ਪਾਲਕੀ, ਜਿਸ ਨੂੰ 2 ਆਦਮੀ ਅੱਗੇ ਤੇ 2 ਆਦਮੀ ਪਿੱਛੇ ਲੱਗ ਕੇ 4 ਕਹਾਰ ਚੁੱਕ ਕੇ ਹੌਲੀ ਹੌਲੀ ਰਸਤੇ ਤੇ ਤੁਰਦੇ ਹਨ। ਬਾਬਾ ਸਾਵਣ ਮਲ ਜੀ ਦੇ ਵਾਸਤੇ ਪਾਲਕੀ ਦਾ ਇੰਤਜ਼ਾਮ ਕਰਨਾ ਕੀਤਾ ਹੈ। ਬਹੁ ਡੋਰੇ ਮਹਿਕੀ ਤੇ ਆਦਕ, ਚੜ ਚਾਲੀ ਔਰ ਆਨੰਦ ਕੀਨਾ। ਸੋ ਕਵੀ ਜੀ ਕਹਿੰਦੇ ਹੈ ਕਿ ਰਾਜੇ ਦਾ ਹੁਕਮ ਪਾ ਕਰਕੇ ਮਹਿਕੀ ਨਾਮ ਹੈ ਪਟਰਾਣੀ ਦਾ, ਪਟਰਾਣੀਆਂ, ਛੋਟੀ ਰਾਣੀਆਂ, ਰਾਜੇ ਦਾ ਪਰਿਵਾਰ ਆਪਣੀਆਂ ਸਵਾਰੀਆਂ ਦੇ ਉੱਤੇ ਸਵਾਰ ਹੋ ਗਏ। ਕਿਸੇ ਨੇ ਘੋੜੇ ਦੀ ਸਵਾਰੀ ਕੀਤੀ, ਕਿਸੇ ਨੇ ਹਾਥੀ ਦੀ, ਕਿਸੇ ਨੇ ਰੱਥ ਦੀ, ਕਿਸੇ ਨੇ ਪਾਲਕੀ ਦੀ। ਸੋ ਜਿਵੇਂ ਦੀ ਕਿਸੇ ਨੂੰ ਸਵਾਰੀ ਚਾਹੀਦੀ ਸੀ ਵੈਸੀ ਸਵਾਰੀ ਮਿਲੀ ਹੈ। ਉਹਨਾਂ ਸਵਾਰੀਆਂ ਤੇ ਬੈਠ ਕਰਕੇ ਸਭ ਨੇ ਗੁਰੂ ਜਪਦਿਆਂ ਹੋਇਆਂ ਗੋਇੰਦਵਾਲ ਨਗਰ ਦੇ ਵਾਲੇ ਪਾਸੇ ਨੂੰ ਤੁਰਨਾ ਕੀਤਾ ਹੈ। ਭਇਓ ਮਹਾ ਸਬਣ ਕੇ ਮਨ ਮੈਂ, ਦਰਸ਼ਨ ਦੇਖੈ ਗੁਰੂ ਪਰਬੀਨਾ। ਸਾਰਿਆਂ ਦੇ ਮਨ ਦੇ ਵਿੱਚ ਵੱਡਾ ਚਾਉ ਹੈ, ਉਤਸ਼ਾਹ ਹੈ, ਖੁਸ਼ੀ ਹੈ ਬਹੁਤ ਜ਼ਿਆਦੀ। ਮਨ ਦੇ ਵਿੱਚ ਵਾਰ-ਵਾਰ ਖਿਆਲ ਆ ਰਿਹਾ ਹੈ ਵੀ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ, ਨਾਮ ਜਪੰਦੜੀ ਲਾਲੀ, ਬੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖਨੇ ਹਨ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰਦਰਸ਼ਾ। ਤੁਰੇ ਵੀ ਜਾ ਰਹੇ ਹੈ ਪਰ ਉਡੀਕ ਨਹੀਂ ਹੋ ਰਹੀ। ਸਾਰੇ ਮਨ 'ਚ ਵਿਚਾਰਦੇ ਹਨ ਵੀ ਉਹ ਸਮਾਂ ਕਦੋਂ ਆਏਗਾ ਜਦੋਂ ਅਸੀਂ ਪ੍ਰਤੱਖ ਗੁਰੂ ਅਮਰਦਾਸ ਜੀ ਦੇ ਸਿੰਘਾਸਨਾਂ 'ਤੇ ਬੈਠੇ ਦਰਸ਼ਨ ਦੀਦਾਰ ਕਰਾਂਗੇ।
ਉਹ ਸਮਾਂ ਕੈਸਾ ਹੋਏਗਾ ਜਦੋਂ ਗੁਰੂ ਅਮਰਦਾਸ ਜੀ ਬੈਠੇ ਹੋਣਗੇ, ਅਸੀਂ ਮੱਥੇ ਟੇਕ ਰਹੇ ਹੋਵਾਂਗੇ, ਉਹ ਥਾਪੜੇ ਦੇ ਰਹੇ ਹੋਣਗੇ, ਅਸੀਂ ਅਰਦਾਸਾਂ ਕਰ ਰਹੇ ਹੋਵਾਂਗੇ। ਐਸੇ ਤਾਂਗ ਸਾਰਿਆਂ ਦੇ ਮਨ ਦੇ ਵਿੱਚ ਜਾਣੀ ਜਾਂਦੀ ਹੈ। ਸਣੇ ਸਣੇ ਸਭ ਮਾਰਗ ਉਲੰਘੇ, ਗੋਏ ਅੰਦਵਾਲ ਪੁਰੀ ਕੋ ਆਏ। ਸੋ ਕਵੀ ਜੀ ਕਹਿੰਦੇ ਸਣੇ ਸਣੇ, ਹੌਲੀ ਹੌਲੀ। ਜਿੱਥੇ ਰਾਤ ਪੈਂਦੀ ਹੈ ਉੱਥੇ ਠਹਿਰਾਓ ਹੁੰਦਾ ਹੈ, ਅਗਲੇ ਦਿਨ ਫਿਰ ਤੁਰਦੇ ਹਨ, ਫਿਰ ਰਾਤ ਪੈਂਦੀ ਹੈ, ਫਿਰ ਅਗਲੇ ਦਿਨ ਦਾ ਚੜਾਅ ਹੁੰਦਾ ਹੈ, ਤੁਰਿਆ ਜਾਂਦਾ ਹੈ। ਸੋ ਤੁਰਦਿਆਂ ਤੁਰਦਿਆਂ ਹੌਲੀ ਹੌਲੀ ਰਾਜਾ ਰਾਣੀ ਮੰਤਰੀ ਪ੍ਰਜਾ ਤੇ ਬਾਬਾ ਸਾਵਣ ਮੱਲ ਜੀ ਗੁਰੂ ਕੀ ਨਗਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ ਹਨ। ਨਦੀ ਬਿਪਾਸਾ ਕੇ ਤਟ ਉਤਰੇ, ਨ੍ਰਿਪ ਮਹਿਖੀ ਸੈਣਾ ਸਮਦਾਏ। ਸੋ ਬਿਆਸਾ ਦਰਿਆ ਦੇ ਬਿਲਕੁਲ ਕਿਨਾਰੇ ਦੇ ਉੱਤੇ ਆਣ ਕੇ ਰਾਜੇ ਦੀ ਵੱਡੀ ਘਰਵਾਲੀ ਪਟਰਾਣੀ, ਛੋਟੀ ਰਾਣੀਆਂ, ਧੀ ਪੁੱਤਰ, ਵਜ਼ੀਰ ਤੇ ਬਾਬਾ ਸਾਵਣ ਮੱਲ ਸਾਰਿਆਂ ਨੇ ਗੋਇੰਦਵਾਲ ਸਾਹਿਬ ਆਣ ਕੇ ਬਿਆਸਾ ਦਰਿਆ ਦੇ ਕਿਨਾਰੇ ਆਪਣੀ ਆਪਣੀਆਂ ਸਵਾਰੀਆਂ ਤੋਂ ਥੱਲੇ ਉਤਰ ਜਾਣਾ ਕੀਤਾ ਹੈ। ਧੀਰ ਦਿਲਾਸਾ ਦੇ ਕਰ ਤਬ ਹੀ ਸਾਵਣ ਮੱਲ ਪੁਰੀ ਪ੍ਰਵਸ਼ਾਏ। ਸੋ ਬਾਬਾ ਸਾਵਣ ਮੱਲ ਜੀ ਥੱਲੇ ਉਤਰੇ, ਰਾਜੇ ਰਾਣੀ ਵਜ਼ੀਰਾਂ ਨੂੰ ਮਿਲੇ ਹਨ, ਸਾਰਿਆਂ ਨੂੰ ਕਹਿਣ ਲੱਗੇ ਵੀ ਤੁਸੀਂ ਥੋੜਾ ਸਮਾਂ ਇੱਥੇ ਉਡੀਕ ਕਰੋ, ਪਹਿਲਾਂ ਮੈਂ ਅੰਦਰ ਜਾਂਦਾ ਹਾਂ, ਗੁਰੂ ਅਮਰਦਾਸ ਜੀ ਨੂੰ ਮਿਲਾਂ, ਉਹਨਾਂ ਦੀ ਆਗਿਆ ਲੈ ਕੇ ਫਿਰ ਤੁਹਾਨੂੰ ਆਣ ਕੇ ਦੱਸਾਂਗਾ ਵੀ ਤੁਸੀਂ ਕਦੋਂ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨੇ ਹਨ। ਐਸੇ ਰਾਜਾ ਤੇ ਮੰਤਰੀਆਂ ਦੇ ਕੋਲੋਂ ਆਗਿਆ ਲੈ ਕੇ ਬਾਬਾ ਸਾਵਣ ਮੱਲ ਜੀ ਗੋਇੰਦਵਾਲ ਨਗਰ ਦੇ ਅੰਦਰ ਪ੍ਰਵੇਸ਼ ਕਰ ਗਏ ਹਨ ਤੇ ਜਾ ਕਰਕੇ ਸਾਰੇ ਸੇਵਕਾਂ ਨੂੰ ਤੇ ਸੇਵਾਦਾਰਾਂ ਨੂੰ ਤੇ ਗੁਰੂ ਘਰ ਦੇ ਪਰਿਵਾਰ ਨੂੰ ਬਾਬਾ ਸਾਵਣ ਮੱਲ ਜੀ ਨੇ ਮਿਲਣਾ ਕੀਤਾ ਹੈ। ਮਿਲਿਓ ਮੇਲੀਆਂ ਸਿੱਖ ਸਭ ਸੰਗਤ, ਕੁਸ਼ਲ ਪ੍ਰਸ਼ਨ ਕਰ ਉਰ ਹਰ ਖਾਏ। ਬਾਬਾ ਸਾਵਣ ਮੱਲ ਨੂੰ ਜਾਣਨ ਵਾਲੇ ਜਿੰਨੇ ਵੀ ਮੇਲੀ ਸੀ, ਭਾਵੇਂ ਉਹ ਸੰਗਤ ਦੇ ਵਿੱਚੋਂ ਹੈ, ਭਾਵੇਂ ਗੋਇੰਦਵਾਲ ਦੇ ਨਗਰ ਨਿਵਾਸੀ ਹਨ, ਭਾਵੇਂ ਪਰਿਵਾਰ ਵਾਲੇ ਹਨ, ਉਹਨਾਂ ਸਾਰਿਆਂ ਨੂੰ ਮਿਲ ਕਲ ਕੇ ਆਪਸੀ ਕੁਸ਼ਲ ਪ੍ਰਸੰਨਤਾ ਹਾਲ ਚਾਲ ਪੁੱਛਿਆ ਗਿਆ ਹੈ। ਫਿਰ ਬਾਬਾ ਸਾਵਣ ਮੱਲ ਜੀ ਨੇ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ। ਸੇਵਾਦਾਰਾਂ ਨੇ ਦੱਸਿਆ ਵੀ ਫਲਾਨੀ ਜਗ੍ਹਾ ਤੇ ਗੁਰੂ ਸਾਹਿਬ ਜੀ ਬਿਰਾਜੇ ਹੋਏ ਹਨ। ਉਹਨਾਂ ਤੋਂ ਆਗਿਆ ਲੈ ਕੇ ਬਾਬਾ ਸਾਵਣ ਮੱਲ ਜੀ ਨੇ ਅੱਗੇ ਨੂੰ ਜਾਣਾ ਕੀਤਾ ਹੈ। ਭੁਨ ਸਤ ਗੁਰ ਕੇ ਦਰਸ਼ਨ ਕਾਰਨ, ਕੁਸ਼ਕ ਲਾਜ ਜੁਤ ਗਮਨ ਉਪਾਸ। ਹੁਣ ਬਾਬਾ ਸਾਵਣ ਮੱਲ ਜੀ ਥੋੜੀ ਜਿਹੀ ਲਾਜ ਸ਼ਰਮ ਮਨ ਦੇ ਵਿੱਚ ਧਾਰਨ ਕਰਕੇ ਸਿਰ ਨੀਵਾਂ ਕੀਤਾ ਹੈ, ਬੜੀ ਨਿਮਰਤਾ ਦੇ ਨਾਲ ਹੌਲੀ ਹੌਲੀ ਤੁਰਦਿਆਂ ਹੋਇਆਂ ਉੱਥੇ ਪਹੁੰਚ ਗਏ ਜਿੱਥੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਸਿੰਘਾਸਣ ਦੇ ਉੱਤੇ ਬੈਠੇ ਹੋਏ ਹਨ। ਪੱਗ ਪੰਕਜ ਪਰ ਸਿਰ ਕੋ ਧਰ ਕਰ, ਕੀਨ ਬੰਦਨਾ ਪਾਉ ਪ੍ਰਕਾਸ਼। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਨਮਸਕਾਰ ਤਾਂ ਕੋ ਲਖਵਾਰ, ਇਹੋ ਮਨ ਦੀਜੈ ਤਾਂ ਕੋ ਵਾਰ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਚਰਨਾਂ ਤੇ ਜਾ ਕੇ ਬਾਬਾ ਸਾਵਣ ਮੱਲ ਜੀ ਨੇ ਮੱਥਾ ਟੇਕਿਆ ਹੈ ਤੇ ਬੜੀ ਨਿਮਰਤਾ ਦੇ ਨਾਲ ਅਰਜ਼ੋਈਆਂ ਬੇਨਤੀਆਂ ਕਰਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਬਾਬਾ ਸਾਵਣ ਮੱਲ ਜੀ ਨੇ ਇਸ ਪ੍ਰਕਾਰ ਕਹਿਣਾ ਕੀਤਾ। ਮੈਂ ਰਾਵਰ ਕੋ ਸਿੱਖ ਅਰ ਸੁਤ ਸਮ, ਸੇਵਕ ਸਦਾ ਏਕ ਉਰ ਆਸ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆ। ਬਾਬਾ ਸਾਵਣ ਮੱਲ ਕਹਿਣ ਲੱਗਾ ਧੰਨ ਗੁਰੂ ਅਮਰਦਾਸ ਮਹਾਰਾਜ, ਭਾਵੇਂ ਰਿਸ਼ਤੇ ਦੇ ਵਿੱਚ ਆਪ ਮੇਰੇ ਸਕੇ ਤਾਇਆ ਜੀ ਲੱਗਦੇ ਹੋ, ਰੂਹਾਨੀਅਤ ਦੇ ਰਸਤੇ ਦੇ ਵਿੱਚ ਤੁਸੀਂ ਮੇਰੇ ਗੁਰੂ ਪਰਮੇਸ਼ਰ ਹੋ, ਮੈਂ ਤੁਹਾਡਾ ਬੱਚਾ ਵੀ ਹਾਂ ਤੇ ਤੁਹਾਡਾ ਸੇਵਕ ਵੀ ਹਾਂ, ਤੁਹਾਡਾ ਸਿੱਖ ਵੀ ਹਾਂ, ਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮੇਰੀ ਬੇਨਤੀ ਸੁਣ ਲੈਣਾ ਕਰੋ। ਲਗ ਬਿਗਾਰ ਦੇ ਵੱਡੇ ਸੁਤਾਰੈ, ਛਿਮਾ ਕਰੈ ਆਪਣੋ ਲਖ ਤਾਸ। ਬਾਬਾ ਸਾਵਣ ਮੱਲ ਜੀ ਕਹਿਣ ਲੱਗੇ ਕਿ ਧੰਨ ਗੁਰੂ ਅਮਰਦਾਸ ਮਹਾਰਾਜ, ਮੇਰੇ ਮਨ ਦੇ ਵਿੱਚ ਇੱਕੋ ਹੀ ਇਹ ਆਸ ਹੈ, ਏਕ ਆਸ ਹਰ ਮਨ ਰੱਖੋ, ਨਾਨਕ ਦੂਖ ਭਰਮ ਪੋ ਜਾਏ। ਉਹ ਆਸ ਇਹ ਹੈ ਕਿ ਮੈਂ ਸੁਣਿਆ ਹੈ ਕਿ ਵੱਡਿਆਂ ਦਾ ਬਿਰਧ ਹੁੰਦਾ ਹੈ ਬਖਸ਼ਣਾ ਤੇ ਛੋਟਿਆਂ ਦਾ ਕੰਮ ਹੁੰਦਾ ਹੈ ਗਲਤੀ ਕਰਨੀ ਭੁੱਲ ਜਾਣਾ। ਮੇਰੇ ਕੋਲ ਗਲਤੀ ਹੋਈ ਹੈ, ਤੁਸੀਂ ਬਖਸ਼ਣ ਵਾਲੇ ਹੋ, ਮੈਂ ਵਿਗਾੜ ਕੀਤਾ ਹੈ, ਸੁਧਾਰਨਾ ਤੁਸੀਂ ਹੈ।
ਆਹੇ ਆਸਾ ਮਨਸਾ ਇਹ ਅਰਦਾਸ ਲੈ ਕੇ ਮੈਂ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਹਾਂ ਕਿ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੇ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਇਆਲਾ ਨਾਨਕ ਕਰਕੇ ਗੋਲੇ। ਹੁਣ ਬਾਬਾ ਸਾਵਣ ਮਾਲ ਜੀ ਬੇਨਤੀਆਂ ਕਰਨਗੇ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਜਿਵੇਂ ਬਾਬਾ ਸਾਵਣ ਮਾਲ ਨੂੰ ਬਖਸ਼ ਕੇ ਅੱਗੇ ਨਾਲੋਂ ਵੀ ਵੱਡੀ ਕਿਰਪਾ ਉਹਨਾਂ ਦੇ ਉੱਤੇ ਕਰਦੇ ਹਨ, ਉਹ ਸਾਰਾ ਗੁਰ ਇਤਿਹਾਸ ਆਉਣ ਵਾਲੇ ਦੀਵਾਨਾਂ ਵਿਖੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਸਰਵਣ ਕਰਾਂਗੇ। ਅੱਜ ਇੰਨੀ ਕੁ ਸੇਵਾ ਆਪਣੇ ਪ੍ਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਫਤਿਹ ਨਾਲ ਸਾਂਝ ਪਾਓ ਜੀ, ਰਲ ਮਿਲ ਕੇ ਉਚਾਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।